ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ, ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਭਾਗਾਂ ਵਾਲਿਓ, ਇਹ ਸਥਾਨ ਉਹ ਸਥਾਨ ਹੈ ਜਿੱਥੇ ਸੱਚੀ ਸਰਕਾਰ ਸਾਹੇ ਸਹਿਨਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਨੇ 9 ਦਿਨ ਵਿਸਰਾਮ ਕੀਤਾ। ਸਤਿਗੁਰੂ ਆਏ ਸਨ ਮਾਂ ਦੇਸਾਂ ਦੀ ਪ੍ਰੇਮਾ ਭਗਤੀ ਸਦਕਾ, ਉਹਨਾਂ ਦੇ ਪਿਆਰ ਸਦਕਾ, ਔਰ ਆ ਕੇ ਬਚਨ ਦਿੱਤੇ ਕਿ ਬ੍ਰਹਮ ਗਿਆਨੀ ਮਾਈ ਦੇਸਾਂ ਤੇਰੀ ਸਾਈਂ ਦਰ ਸਮਾਈ, ਅਕਾਲ ਪੁਰਖ ਸਹਾਈ। ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਝੋਲੀਆਂ ਭਰੀਆਂ 9 ਦਿਨ ਇਲਾਕੇ ਦੀਆਂ ਸੰਗਤਾਂ ਨੂੰ ਉਤਾਰਿਆ, ਨਾਮਦਾਨ ਬਖਸ਼ਿਸ਼ ਕੀਤਾ, ਖੰਡੇ ਦੀ ਪੌਲ ਛਕਾਈ, ਬੇਅੰਤ ਖੁਸ਼ੀਆਂ ਵਰਤਾਈਆਂ ਪਾਤਸ਼ਾਹ ਨੇ ਇਸ ਸਥਾਨ ਤੇ ਪਿਛਲੇ 50 ਸਾਲਾਂ ਦੌਰਾਨ ਬਚਪਨ ਤੋਂ ਲੈ ਕੇ ਇੱਥੇ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਦਿਆਂ, ਜੋ ਸੂਤਰ, ਜੋ ਪਰਮ ਸੂਤਰ, ਜੋ ਬੀਜ ਮੰਤਰ ਸਤਿਗੁਰਾਂ ਨੇ ਝੋਲੀ ਪਾਏ ਨੇ, ਉਹਨਾਂ ਦੀ ਸਾਂਝ ਆਪਾਂ ਰੋਜ਼ਾਨਾ ਪਾਉਣੇ ਹਾਂ। ਇੱਥੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਜੋ ਦੇਸ਼ ਵਿਦੇਸ਼ ਤੋਂ ਪਹੁੰਚਦੀਆਂ, ਉਹਨਾਂ ਨਾਲ ਦਰਸ਼ਨ ਕਰਾਉਣ ਤੋਂ ਬਾਅਦ ਜਦੋਂ ਆਪਾਂ ਬਹਿੰਦੇ ਹਾਂ ਰੂਮ 'ਚ, ਤਕਰੀਬਨ ਸਾਂਝ ਪੈਂਦੀ ਸੀ, ਇਤਿਹਾਸ ਵੀ ਦੱਸੀਦਾ ਸੀਗਾ, ਨਾਲ ਨਾਲ ਉਹ ਸੂਤਰ ਦੱਸਣੇ ਕਿ ਸਤਿਗੁਰਾਂ ਦਾ ਹੁਕਮ ਹੈ। ਇਸ ਤਰ੍ਹਾਂ ਮਾਤਾ ਦੇਸਾਂ ਨੂੰ ਸਮਝਾਇਆ ਸੀ, ਦੱਸਿਆ ਸੀ। ਪੀੜ੍ਹੀ ਦਰ ਪੀੜ੍ਹੀ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਬਚਪਨ ਤੋਂ ਸੁਣੀਆਂ ਜਾਣੀਆਂ। ਬੜੇ ਹੀ ਸਮੇਂ ਤੋਂ ਇਹ ਮੰਗ ਸੀ ਉਹਨਾਂ ਗੁਰਮੁਖਾਂ ਦੀ ਕਿ ਤੁਸੀਂ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰੋ ਕਿ ਜੋ ਤੁਸੀਂ ਇਤਿਹਾਸ ਦੱਸਦੇ ਹੋ, ਜੋ ਤੁਸੀਂ ਇਹ ਸਾਂਝ ਪਾਉਣੇ ਹੋ ਗੁਰਮਤਿ ਦੀ, ਇਹਨੂੰ ਰਿਕਾਰਡ ਕਰ ਲਿਆ ਕਰੋ। ਅਤੇ ਪਿਛਲੇ ਤਕਰੀਬਨ 1 ਸਾਲ ਤੋਂ ਕੁਛ ਰਿਕਾਰਡਿੰਗਾਂ ਆਪਾਂ ਹੁਕਮਨਾਮਾ ਸਾਹਿਬ ਦੀਆਂ ਕਰਕੇ ਵੀ ਸੰਗਤਾਂ ਦੀ ਹਾਜ਼ਰੀ 'ਚ ਪਾਉਂਦੇ ਰਹੇ, ਅਤੇ ਸੰਗਤਾਂ ਸੁਣਦੀਆਂ ਵੀ ਰਹੀਆਂ। ਵਟਸਐਪ ਗਰੁੱਪਾਂ 'ਤੇ ਵੀ ਆਪਾਂ ਭੇਜਦੇ ਰਹੇ, ਕਾਫੀ ਸੰਗਤਾਂ ਨੇ ਪਿਆਰ ਦਿੱਤਾ। ਪਰ ਪਿਛਲੇ 1 ਮਹੀਨੇ ਤੋਂ, ਜਾਣੀ 25-26 ਤਰੀਕ ਦਾ ਕੋਈ ਦਿਨ ਸੀਗਾ, ਜਿਸ ਦਿਨ ਮਾਤਾ ਵੱਲੋਂ ਹੁਕਮ ਹੋਇਆ ਕਿ ਤੁਸੀਂ ਇਹ ਜੋ ਵੀ ਦੱਸਣਾ ਚਾਹੁੰਦੇ ਹੋ, ਜੋ ਵੀ ਕਹਿੰਦੇ ਹੋ, ਜੋ ਗੁਰੂ ਰਾਮਦਾਸ ਦੇ ਦਰ ਤੋਂ ਹੁਕਮਨਾਮਾ ਸਾਹਿਬ ਆਉਂਦਾ ਹੈ, ਕਿਉਂਕਿ ਆਪਣੀ ਕੁਲ ਨੂੰ ਹੀ ਭਾਗ ਗੁਰੂ ਰਾਮਦਾਸ ਸਾਹਿਬ ਦੇ ਬਚਨਾਂ ਸਦਕਾ ਲੱਗੇ ਨੇ, ਉਸ ਦਰ ਤੋਂ ਜੋ ਹੁਕਮ ਆਉਂਦਾ ਹੈ, ਉਸ ਹੁਕਮਨਾਮੇ ਦੀ ਸਾਂਝ ਤੁਸੀਂ ਸੰਗਤਾਂ ਨਾਲ ਪਾਇਆ ਕਰੋ, ਤਾਂ ਕਿ ਸੰਗਤਾਂ ਕੋਲ ਆਪਣੇ ਆਪ ਹੀ ਘਰ ਘਰ ਪਹੁੰਚਦਾ ਹੋ ਜਾਣਾ ਹੈ। ਅਤੇ ਉਹਦੇ ਵਿੱਚ ਕੋਸ਼ਿਸ਼ ਕਰੀਦੀ ਹੈ ਕਿ ਉਹ ਸੂਤਰ ਜਿਹੜੇ ਸਾਨੂੰ ਆਪਣੇ ਆਪੇ ਦੇ ਨੇੜੇ ਲਿਆਉਂਦੇ ਆ, ਆਪਣੇ ਅੰਦਰੋਂ ਉਸ ਕਰਤੇ ਦੀ ਪਹਿਚਾਣ ਕਰਾ ਦਿੰਦੇ ਆ, ਕੋਸ਼ਿਸ਼ ਕਰ ਰਹੇ ਹਾਂ ਦੱਸਣ ਦੀ। ਥੋੜ੍ਹਾ ਸਹਿਜ ਨਾਲ ਚੱਲ ਰਹੇ ਹਾਂ ਇਸ ਕਰਕੇ, ਕਿਉਂਕਿ ਸਾਡੇ ਰਿਵਾਜ ਹੀ ਨਹੀਂ ਰਿਹਾ ਗਹਿਰੀਆਂ ਗੱਲਾਂ ਕਰਨ ਦਾ। ਸਾਡੇ 5-4 ਉਹੀ ਮੋਟੀਆਂ ਜਿਹੀਆਂ ਗੱਲਾਂ ਜਿਹੜੀਆਂ ਸਾਰੇ ਦੀਵਾਨਾਂ 'ਚ ਕੀਤੀਆਂ ਜਾਂਦੀਆਂ, ਅਤੇ ਉਹ ਗੱਲਾਂ ਦੀ ਸਾਂਝ ਨਹੀਂ ਪਾਈ ਜਾਂਦੀ ਕਿ ਫਿਰ ਅਸੀਂ ਕਰੀਏ ਕੀ, ਜੀਵਨ ਆਪਦਾ ਕਿਵੇਂ ਬਣਾਈਏ, ਜਿਹਦਾ ਸਦਕਾ ਅਸੀਂ ਉਸ ਗੁਰੂ ਦੇ ਚਰਨਾਂ 'ਚ ਧਿਆਨ ਧਰਨ 'ਚ ਕਾਮਯਾਬ ਹੋ ਜਾਈਏ। ਚਲੋ, ਹੁਕਮ ਹੋਇਆ ਪਾਤਸ਼ਾਹ ਦਾ, ਬੜੀਆਂ ਬਰਕਤਾਂ ਦਾਤੇ ਦੀ ਮਿਹਰ ਹੈ। ਅੱਜ ਦਾ ਜੋ ਮੁੱਖ ਵਾਕ ਹੈ, ਤਕਰੀਬਨ ਪਹਿਲਾਂ ਵੀ ਇਹ ਮੁੱਖ ਵਾਕ ਆ ਚੁੱਕਿਆ, ਪਰ ਆਪਾਂ ਜਿਵੇਂ ਉਹ ਪਰਨ ਆਪਾਂ ਨੂੰ ਮਾਤਾ ਨੇ ਦਿੱਤਾ, ਉਹ ਕਥਾ ਉਵੇਂ ਜ਼ਰੂਰ ਪਾ ਰਹੇ ਹਾਂ। ਸੋਰਠ ਮਹੱਲਾ ਤੀਜਾ। ਹਰ ਜੀਓ ਤੁਧਨੋਂ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਹੇ ਮੇਰੇ ਮਾਲਕ, ਹੇ ਅਕਾਲ ਪੁਰਖ ਵਾਹਿਗੁਰੂ,
ਅਸੀਂ ਵੀ ਆਪਦੀ ਚੇਤਨਾ ਨੂੰ, ਆਪਦੀ ਸੁਰਤ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਉੱਥੇ ਲੈ ਜਾਣਾ ਹੈ ਜਿੱਥੋਂ ਸਾਡਾ ਆਗਾਜ਼ ਹੁੰਦਾ, ਜਿੱਥੋਂ ਗੁਰੂ ਨਾਨਕ ਸਾਹਿਬ ਦੀ ਉਮਤ ਅੱਗੇ ਵਧਣਾ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਧਿਆਨ ਧਰਨ ਦੀਆਂ, ਚੇਤੇ ਕਰਨ ਦੀਆਂ ਅਨੇਕਾਂ ਹੀ ਵਿਧੀਆਂ ਸੀ, ਹਜ਼ਾਰਾਂ ਹੀ ਵਿਧੀਆਂ ਸੀ ਤੇ ਹਜ਼ਾਰਾਂ ਤਰ੍ਹਾਂ ਨਾਲ ਧਿਆਇਆ ਜਾਂਦਾ ਸੀ। ਪਰ ਗੁਰੂ ਨਾਨਕ ਨੇ ਇੱਕ ਉਪਰਾਲਾ ਕੀਤਾ, ਸਾਨੂੰ ਸਾਰੇ ਪਾਸਿਆਂ ਤੋਂ ਸਾਡਾ ਧਿਆਨ ਮੋੜ ਕੇ ਸਿਰਫ ਉਸ ਇੱਕ ਤੇ ਲਿਆਂਦਾ ਕਿ ਸਾਰੇ ਰੂਪ ਹੀ ਉਹਦੇ ਆ, ਕੋਈ ਮਾੜਾ ਚੰਗਾ ਨਹੀਂ ਹੈ, ਉਸੇ ਦਾ ਹੀ ਪਸਾਰਾ ਸਾਰਾ। ਪਰ ਤੁਹਾਡੇ ਲਈ ਸੌਖਾ ਹੋ ਜਾਊਗਾ ਕਿ ਤੁਸੀਂ ਉਸ ਸੰਪੂਰਨ ਸ਼ਕਤੀ ਨੂੰ ਜਿਹੜੀ ਪੂਰੇ ਬ੍ਰਹਮੰਡ ਵਿੱਚ ਫੈਲੀ ਹੋਈ ਹੈ ਉਹਨੂੰ ਜਾਣੋ ਕਿ ਉਹ ਇੱਕ ਹੈ, ਇੱਕ ਓਅੰਕਾਰ ਹੈ, ਸਤਨਾਮ ਹੈ, ਉਹ ਇੱਕੋ ਦੀ ਸੱਤਾ ਹੈ। ਕਿੱਥੋਂ ਵੀ ਤੁਸੀਂ ਚੱਖੋਗੇ ਉਹਦੀ ਸੱਤਾ ਹੀ ਹੈ। ਤੇ ਸਾਰਾ ਗੁਰੂ ਗ੍ਰੰਥ ਸਾਹਿਬ ਇਸ ਗੱਲ ਦਾ ਗਵਾਹ ਹੈ ਕਿ ਜੇ ਬਾਹਰੀ ਪ੍ਰਾਪਤੀਆਂ ਕਰਨੀਆਂ ਤਾਂ ਸਾਨੂੰ ਆਪਣਾ ਧਿਆਨ, ਆਪਣੀ ਸੁਰਤ ਬਾਹਰ ਵੱਲ ਲਿਜਾਣੀ ਪੈਂਦੀ ਹੈ, ਕਿਰਤ ਬਿਰਤ ਕਰਨੀ ਪੈਂਦੀ ਆ, ਉਦਮ ਉਪਰਾਲੇ ਕਰਨੇ ਪੈਂਦੇ ਆ ਤੇ ਸਾਨੂੰ ਬਾਹਰੀ ਪ੍ਰਾਪਤੀਆਂ ਵੀ ਹੁੰਦੀਆਂ। ਪਰ ਜੇ ਸਹਿਜ ਚਾਹੀਦਾ, ਸ਼ਾਂਤੀ ਚਾਹੀਦੀ ਹੈ, ਸੰਤੋਖ ਚਾਹੀਦਾ, ਆਪਣੇ ਆਪੇ ਨਾਲ ਮਿਲਾਪ ਚਾਹੀਦਾ, ਗੁਰੂ ਦਾ ਮਿਲਾਪ ਚਾਹੀਦਾ, ਕਰਤੇ ਦਾ ਮਿਲਾਪ ਚਾਹੀਦਾ, ਤਾਂ ਫਿਰ ਮਿੱਤਰੋ ਇਹ ਮੰਨਣਾ ਪੈਣਾ ਕਿ ਸਾਨੂੰ ਬਹਿਣਾ ਪੈਣਾ। ਇਹੀ ਇੱਕ ਰਸਤਾ, ਕੋਈ ਇਹ ਤੋਂ ਭੱਜ ਨਹੀਂ ਸਕਦਾ। ਅੱਜ ਤੱਕ ਇੱਕ ਆਮ ਫਕੀਰ ਤੋਂ ਲੈ ਕੇ ਮਹਾਤਮਾ ਬੁੱਧ ਤੱਕ ਜੇ ਕੋਈ ਪਹੁੰਚਿਆ ਤਾਂ ਪਹੁੰਚਿਆ ਬੈਠ ਕੇ ਹੀ ਆ। ਬੈਠਣ ਵਾਲਾ ਦਸਵੰਧ ਦੇਣਾ ਹੀ ਪੈਣਾ। 1.25 ਘੰਟਾ ਸੁਬਾਹ, 1.25 ਘੰਟਾ ਸ਼ਾਮ ਨੂੰ ਆਪਣੀ ਦਿਨਚਰਿਆ ਦਾ ਅੰਗ ਬਣਾਉਣਾ ਪੈਣਾ। ਜਿਹਨੂੰ ਪਿਆਸ ਆ ਉਹ ਬਣਾ ਲੂਗਾ, ਜਿਹੜਾ ਖੋਜਣੇ ਨਹੀਂ ਚਾਹੁੰਦਾ, ਜਿਹਨੂੰ ਪਿਆਸ ਹੀ ਨਹੀਂ ਹੈ, ਉਹਦੇ ਕੋਲੇ ਪਰ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਗੱਲ ਨੂੰ ਨਿੰਦਣਾ ਸ਼ੁਰੂ ਕਰ ਦੇ ਕਿ ਹੁੰਦਾ ਹੀ ਨਹੀਂ। ਇਹ ਨਹੀਂ ਹੈ। ਜੇ ਸਾਨੂੰ ਘਰੇ ਵੀ ਦੁੱਧ ਚਾਹੀਦਾ ਨਾ, ਗਊ ਮੱਝ ਰੱਖਣੀ ਪੈਂਦੀ ਹੈ ਤੇ ਉਹ ਵੀ ਤੁਰੀ ਫਿਰਦੀ ਨਹੀਂ ਚੋਈ ਜਾਂਦੀ, ਉਹਨੂੰ ਵੀ ਘਰੇ 10-20 ਮਿੰਟ ਕਿਸੇ ਇੱਕ ਜਗ੍ਹਾ ਤੇ ਖੜਾਉਣਾ ਪੈਂਦਾ, ਪਸਮਾਉਣਾ ਪੈਂਦਾ। ਫਿਰ ਕਿਤੇ ਜਾ ਕੇ ਉਹ ਜਿਹੜਾ ਅੰਮ੍ਰਿਤ ਰਤਨ ਹੈ, ਦੁੱਧ ਦਾ ਜਿਹੜਾ 13ਵਾਂ ਰਤਨ ਆਪਾਂ ਕਹਿੰਦੇ ਆ, ਸਾਡੇ ਪੱਲੇ ਫੇਰ ਪੈਂਦਾ ਤੇ ਬਿਨ ਬੈਠਿਆ ਨਹੀਂ ਗੱਲ ਬਣਨੀ। ਤੇ ਜਦੋਂ ਹੀ ਅਸੀਂ ਅੱਗੇ ਬਾਣੀ ਵਿਚਾਰਾਂਗੇ, ਜਿਵੇਂ ਸਤਿਗੁਰਾਂ ਦਾ ਸ਼ਬਦ ਆਇਆ, ਤਾਂ ਅਸੀਂ ਇਹ ਗੱਲ ਪਹਿਲਾਂ ਹੀ ਮੰਨ ਲਈਏ ਕਿ ਅਸੀਂ ਬਹਿ ਕੇ ਸੁਣ ਰਹੇ ਹਾਂ। ਸੁਰਤ ਨੂੰ ਅਸੀਂ ਆਪਣੇ ਨੇੜੇ ਲਿਆਏ ਹਾਂ। ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਜਪਜੀ ਸਾਹਿਬ ਦੇ ਵਿੱਚ ਪੂਰਾ ਬਿਉਰਾ ਕਿ ਉਹਨੂੰ ਸੁਣਨਾ ਕਿਵੇਂ ਆ, ਜਿਹੜਾ ਆਦਿ ਤੋਂ ਸੱਚ ਸ਼ਬਦ ਹੋ ਰਿਹਾ ਪੂਰੇ ਸੰਸਾਰ 'ਚ, ਉਹਨੂੰ ਮੰਨਣਾ ਕਿਵੇਂ ਆ। ਪਵਨ ਗੁਰੂ ਆ, ਤਾਂ ਇਹ ਜਿਹੜਾ ਗੁਰੂ ਜਦੋਂ ਅੰਦਰ ਬਾਹਰ ਜਾਂਦਾ, ਪ੍ਰਾਣ ਸ਼ਕਤੀ ਲੈ ਕੇ ਜਾਂਦਾ, ਤੇ ਇਹਦੇ ਨਾਲ ਅਸੀਂ ਰਹਿਣ ਦੀ ਕੋਸ਼ਿਸ਼ ਕਿਵੇਂ ਕਰਨੀ ਹੈ। ਬਸ ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ, ਇਹ ਪਵਨ ਗੁਰੂ ਦੇ ਚਰਨਾਂ ਦਾ ਧਿਆਨ ਹੈ। ਆਓ ਫਿਰ ਆਪਾਂ ਅੱਗੇ। ਮਹਾਰਾਜ ਕਹਿੰਦੇ, ਹਰ ਜੀਓ ਤੁਧਨੋਂ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਇਹ ਹੁਣ ਨਿਯਮਾਂ 'ਚ ਗੱਲ ਆ ਗਈ। ਕਰਤੇ ਪੁਰਖ ਦੇ ਇਹ ਪੱਕੇ ਨਿਯਮ ਨੇ, ਇਲਾਹੀ ਨਿਯਮ ਨੇ ਕਿ ਬੇਸ਼ੱਕ ਤੁਸੀਂ ਦੁਨਿਆਵੀ ਤੌਰ 'ਤੇ ਕਿਸੇ ਦੀ ਸਲਾਹਤਾ ਸ਼ੁਰੂ ਕਰ ਦਿਓ, ਕਿਸੇ ਨੂੰ ਹੀ ਚੰਗਾ ਕਹਿਣਾ ਸ਼ੁਰੂ ਕਰ ਦਿਓ, ਤੁਸੀਂ ਇਹਨੂੰ ਪ੍ਰਤਿਆਵੇ ਵਜੋਂ ਲੈ ਸਕਦੇ ਹੋ ਕਿ ਤੁਹਾਡੇ ਪਿੰਡ ਦਾ ਹੀ ਕੋਈ ਕਿਸੇ ਤਰ੍ਹਾਂ ਦਾ ਵੀ ਆਦਮੀ ਆ, ਉਹਦੀ ਸੱਚੇ ਦਿਲੋਂ ਸਲਾਹਤਾ ਸ਼ੁਰੂ ਕਰ ਦਿਓ। ਆਪਣੇ ਪਰਿਵਾਰ 'ਚ ਗੱਲ ਕਰੋ ਕਿ ਬਹੁਤ ਵਧੀਆ ਇਨਸਾਨ ਹੈ, ਮੈਨੂੰ ਬੜਾ ਵਧੀਆ ਲੱਗਦਾ। ਆਪਾਂ ਵਰਤੇ ਤਾਂ ਨਹੀਂ ਹਾਂ, ਕਦੇ ਗਏ ਆ ਇਹ ਵੀ ਨਹੀਂ, ਪਰ ਪਤਾ ਨਹੀਂ ਕਿਉਂ ਮੈਨੂੰ ਪਿਆਰਾ ਬਹੁਤ ਲੱਗਦਾ ਉਹ। ਤੁਹਾਡੇ ਘਰੋਂ ਗੱਲ ਨਿਕਲੂਗੀ ਬਾਹਰ, ਉਹ ਜਾਊ ਆਂਢੀਆਂ ਗੁਆਂਢੀਆਂ ਕੋਲ, ਉਹਨਾਂ ਤੋਂ ਗੱਲ ਜਾਊਗੀ ਨਗਰ ਦੇ ਕੁਛ ਐਸੇ ਲੋਕਾਂ ਕੋਲ, ਉਹਨਾਂ ਤੋਂ ਗੱਲ ਜਾਊਗੀ ਜਿਹੜੇ ਉਹਦੇ ਕੋਲ ਜਾਣ ਆਉਣ ਵਾਲੇ ਲੋਕ ਨੇ। ਤੇ ਜਦੋਂ ਜਾਣ ਆਉਣ ਵਾਲੇ ਕੰਨਾਂ ਦੇ ਵਿੱਚ ਗੱਲ ਪਊਗੀ, ਉਹ ਜਾ ਕੇ ਕਹਿਣਗੇ ਕਿ ਸਰਦਾਰ ਜੀ, ਭਾਈ ਸਾਹਿਬ ਜੀ ਜਾਂ ਸੰਤ ਜੀ, ਕਿ ਫਲਾਨਾ ਨਹੀਂ ਹੈ ਆਪਣੇ ਨਗਰ ਦੇ ਜਿਹੜਾ ਫਲਾਨੇ ਪਾਸੇ ਰਹਿੰਦਾ। ਅਗਲਾ ਕਹਿੰਦਾ ਹਾਂ, ਪਤਾ ਨਹੀਂ ਕਿਉਂ ਤੁਹਾਨੂੰ ਬਹੁਤ ਸਲਾਹੁੰਦਾ। ਉਹ ਇਹ ਵੀ ਕਹਿੰਦਾ ਕਿ ਮੈਂ ਕਿਤੇ ਮਿਲਿਆ ਤਾਂ ਨਹੀਂ, ਪਰ ਮੈਨੂੰ ਬੜੇ ਵਧੀਆ ਲੱਗਦੇ ਆ, ਉਹ ਬੜਾ ਪਿਆਰਾ ਇਨਸਾਨ ਹੈ, ਮੈਨੂੰ ਚੰਗਾ ਲੱਗਦਾ। ਹੁਣ ਤੁਸੀਂ ਘਟਨਾ ਵਾਪਰਦੀ ਦੇਖੋ ਕਿ ਉਹ ਆਦਮੀ ਖੁਦ ਪਹੁੰਚ ਕਰੂਗਾ, ਕੋਸ਼ਿਸ਼ ਕਰੂਗਾ, ਜਾਂ ਫਿਰ ਉਹ ਖੁਦ
ਉਹਨਾਂ ਦੱਸਣ ਵਾਲਿਆਂ ਨੂੰ ਕਹੂਗਾ ਵੀ ਕੋਈ ਗੱਲ ਨਹੀਂ, ਆਪਣੇ ਲਈ ਵੀ ਉਹ ਪਿਆਰਾ ਹੀ ਆ ਤੇ ਆਪਣਾ ਤਾਂ ਫਿਰ ਉਹ ਮਿੱਤਰ ਹੈ। ਜੇ ਕਿਤੇ ਕੋਈ ਸਬੱਬ ਬਣਿਆ ਉਹਨੂੰ ਸੱਦ ਲਿਓ, ਮਿਲ ਲਾਂਗੇ। ਤੇ ਜੇ ਕਿਤੇ ਕੁਦਰਤੀ ਆਉਣ ਵਾਲੇ ਦਿਨਾਂ 'ਚ ਉਹ ਬੰਦੇ ਦੇ ਬੱਚੇ ਦਾ ਜਨਮ ਦਿਨ ਆ ਗਿਆ ਜਾਂ ਕੋਈ ਉਹਨੇ ਸਮਾਗਮ ਕਰਨਾ ਹੈ, ਤੇ ਤੁਸੀਂ ਯਕੀਨ ਜਾਣਿਓ ਜਦੋਂ ਉਹ ਲਿਸਟ ਬਣਾਉਣ ਲੱਗੂਗਾ ਸਭ ਤੋਂ ਪਹਿਲਾ ਨਾਂ ਉਹ ਬੰਦੇ ਦਾ ਲਿਖੂਗਾ ਤੇ ਨਾਲਦਿਆਂ ਨੂੰ ਕਹੂਗਾ ਉਹ ਭਾਈ ਉਹਨੂੰ ਨਾ ਭੁੱਲ ਜਿਓ ਯਾਰ, ਉਹ ਵਿਚਾਰਾ ਤੁਸੀਂ ਦੱਸਦੇ ਸੀ ਨਾ ਵੀ ਬੜਾ ਚੇਤੇ ਕਰਦਾ, ਉਹਨੂੰ ਆਪਾਂ ਸੱਦੀਏ। ਫਿਰ ਇਹ ਐਂ ਲਿੰਕ ਜਦੋਂ ਅਸੀਂ ਸਲਾਹਿਤਾ ਕਰਦੇ ਹਾਂ ਬਣਦੇ ਆ। ਤੇ ਇਹਦੂ ਉਲਟ ਵੀ ਆ, ਜਦੋਂ ਹੀ ਅਸੀਂ ਬਿਨਾਂ ਕਾਰਨ ਤੋਂ ਕਿਸੇ ਸੁਣੀ ਸੁਣਾਈ ਗੱਲ ਨੂੰ ਕਿਸੇ ਬਾਰੇ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਆ, ਕਿਸੇ ਦੂਰ ਦਰਾਡੇ ਬੈਠੇ ਨੂੰ ਵੀ ਬਿਨਾਂ ਅੱਖੀਂ ਦੇਖੇ, ਬਿਨਾਂ ਕੰਨੀ ਸੁਣੇ, ਬਿਨਾਂ ਕਿਸੇ ਗੱਲਬਾਤ ਦੇ, ਤੇ ਉਹ ਸਿਚੁਏਸ਼ਨ ਹੀ ਨਹੀਂ ਵੇਖਦੇ ਕਿ ਕੀ ਸੀ ਜਦੋਂ ਦੀ ਇਹ ਗੱਲ ਆ ਜਾਂ ਬਾਤ ਹੈ, ਤੇ ਉਹਨੂੰ ਨਿੰਦਣਾ ਸ਼ੁਰੂ ਕਰ ਦਿੰਦੇ ਆ। ਤੇ ਉਹ ਨਿੰਦਿਆ ਵੀ ਉਹਦੇ ਕੋਲ ਪਹੁੰਚਦੀ ਹੈ। ਤੇ ਜਦੋਂ ਪਹੁੰਚ ਜਾਂਦੀ ਹੈ ਫਿਰ ਉਹ ਜਿੰਨੇ ਕੁ ਜੋਗਾ ਹੈਗਾ ਜਾਂ ਤਾਂ ਨਿੰਦਿਆ ਖੁਦ ਕਰਦਾ, ਤੇ ਨਹੀਂ ਫਿਰ ਨਿੰਦਿਆ ਕਰਨ ਵਾਲੇ ਨੂੰ ਡੰਡ ਦੇਣ ਦੀ ਕੋਸ਼ਿਸ਼ ਕਰਦਾ। ਤੇ ਉਦੋਂ ਜਦੋਂ ਉਹ ਸਾਨੂੰ ਡੰਡ ਦਿੰਦਾ, ਜਾਂ ਮੰਨ ਲਓ ਕੋਈ ਪਹੁੰਚ ਵਾਲਾ ਇਨਸਾਨ ਆ ਤੇ ਅਸੀਂ ਕਿਸੇ ਇਹੋ ਜਿਹੀ ਸਿਚੁਏਸ਼ਨ 'ਚ ਫਸੇ ਵੀ ਆ, ਤੇ ਉੱਥੇ ਉਹ ਕੁਛ ਨਾ ਕੁਛ ਕਰ ਸਕਦਾ, ਤੇ ਉਹਦਾ ਫੋਨ ਇਹੀ ਜਾਊਗਾ ਇਹਨੂੰ ਬੰਦਾ ਬਣਾਇਓ ਚੱਜ ਨਾਲ ਯਾਰ ਥੋੜ੍ਹਾ ਜਿਹਾ, ਇਹ ਬਹੁਤ ਹੀ ਜ਼ਿਆਦਾ ਭੂਸਰਦਾ। ਹਾਲਾਂਕਿ ਉਹਨੂੰ ਪਤਾ ਨਹੀਂ ਹੈ ਕਿ ਮੇਰਾ ਕੋਈ ਸਿੱਧਮ ਸਿੱਧਾ ਸੀ ਜਾਂ ਨਹੀਂ, ਉਹਨੇ ਵੀ ਸੁਣੀ ਸੁਣਾਈ ਗੱਲ ਤੇ ਕਿ ਤੇਰੇ ਬਾਰੇ ਗੱਲਾਂ ਐਂ ਕਰਦਾ, ਤੇ ਜੇ ਕਰਦੇ ਸੀ ਤਾਂ ਉਹਦਾ ਫਲ ਫਿਰ ਹਰਖ ਦੇ ਰੂਪ 'ਚ ਵਾਪਸ ਆਉਣਾ। ਇਹ ਗੇਮ ਇੱਥੋਂ ਹੀ ਸ਼ੁਰੂ ਹੁੰਦੀ ਹੈ, ਸਾਡੇ ਤੋਂ ਹੀ, ਸਾਡੇ ਘਰ ਤੋਂ ਹੀ, ਸਾਡੇ ਨੇੜੇ ਤੋਂ ਸ਼ੁਰੂ ਹੁੰਦੀ ਹੈ। ਤੇ ਮਹਾਰਾਜ ਕਹਿੰਦੇ ਇਹ ਵੱਧਦੀ ਕਣ ਕਣ ਤੋਂ ਵੱਧਦੀ ਹੈ, ਤੇ ਫਿਰ ਉਹ ਕਰਤੇ ਪੁਰਖ ਤੱਕ ਜਾਂਦੀ ਹੈ। ਕੋਈ ਵੀ ਸਾਧੂ ਹੈ, ਸੰਤ ਹੈ, ਗੁਰੂ ਪੀਰ ਆ, ਪਰਮਾਤਮਾ ਦੇ ਦਰ ਹੈ, ਘਰ ਹੈ, ਜਾਂ ਕੋਈ ਆਮ ਇਨਸਾਨ ਹੈ, ਸਾਡੇ ਵੱਲੋਂ ਵਾਈਬ੍ਰੇਸ਼ਨ ਕੀ ਜਾ ਰਹੀ ਹੈ ਉਹਦੇ ਵੱਲ ਨੂੰ, ਅਸੀਂ ਰੋਜ਼ਾਨਾ ਉਹਦੇ ਬਾਰੇ ਆਪਣੇ ਚਿੱਤ 'ਚ ਕਹਿ ਕੀ ਰਹੇ ਹਾਂ, ਇਹ ਬਹੁਤ ਮਾਇਨੇ ਰੱਖਦਾ। ਹਰ ਜੀਓ ਤੁਧਨੋਂ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਹੁਣ ਕਈ ਬੰਦੇ ਇਹ ਗੱਲ ਕਹਿੰਦੇ ਨੇ ਕਿ ਰੱਬ ਖੁਸ਼ਾਮਦ ਦਾ ਭੁੱਖਾ, ਤੇ ਪਹਿਲਾਂ ਉਹਨੂੰ ਅਰਦਾਸਾਂ ਬੇਨਤੀਆਂ ਕਰਦੇ ਹੋ ਜਾਂ ਉਹਨੂੰ ਤੁਸੀਂ ਸਲਾਹਿਤਾ ਕਰਦੇ ਹੋ, ਅੱਛਾ ਉਹ ਖੁਸ਼ਾਮਦ ਪਸੰਦ ਹੈ। ਪਿਆਰੇ ਉਹ ਖੁਸ਼ਾਮਦ ਪਸੰਦ ਨਹੀਂ, ਇਹ ਨਿਯਮ ਹੈ, ਇਹ ਉਹਦਾ ਕਰਕੇ ਨਹੀਂ ਹੈ, ਇਹ ਨਿਯਮ ਹੈ। ਜਿਉਂ ਦੁਨੀਆ ਸਾਜੀ ਉਦੋਂ ਦੇ ਇਹ ਗੁੱਝੇ ਰਹੱਸਾ ਕਿ ਜਿਹਦੀ ਵੀ ਸਲਾਹਿਤਾ ਕਰੋਗੇ ਉਹਦਾ ਧਿਆਨ ਤੁਹਾਡੇ ਵੱਲ ਆਊਗਾ, ਸਵਸਥਤਾ ਨਾਲ ਆਊਗਾ, ਤੁਹਾਨੂੰ ਤੰਦਰੁਸਤੀ, ਚੜ੍ਹਦੀ ਕਲਾ, ਉਹਦੇ ਕੋਲ ਜੋ ਵੀ ਹੈਗਾ ਕੁਛ ਨਾ ਕੁਛ ਉਹਦੇ ਕੋਲੋਂ ਲੈ ਕੇ ਆਊਗਾ। ਇਹਨੂੰ ਜਾਣੀਏ, ਇਹਨੂੰ ਪਹਿਚਾਣੀਏ। ਤੇ ਸਤਿਗੁਰੂ ਇਸੇ ਕਰਕੇ ਕਹਿ ਰਹੇ, ਸਤਿਗੁਰਾਂ ਨੂੰ ਵੀ ਪਤਾ ਕਿ ਕੋਈ ਅਸੀਂ ਖੁਸ਼ਾਮਦ ਨਹੀਂ ਕਰ ਰਹੇ। ਸਤਿਪੁਰਖ ਜਿਹੜੇ ਹੁੰਦੇ ਆ ਉਹਨਾਂ ਨੂੰ ਉਹਦੇ ਨਿਯਮਾਂ ਦਾ ਪਤਾ ਹੁੰਦਾ, ਇਹੀ ਤਾਂ ਸਾਡੇ 'ਚ ਤੇ ਉਹਨਾਂ 'ਚ ਫਰਕ ਹੈ। ਉਹ ਸਾਨੂੰ ਉਹ ਨਿਯਮ ਸਮਝਾਉਂਦੇ ਆ ਕਿ ਜੇ ਤੂੰ ਆਹ ਪ੍ਰਾਪਤੀ ਕਰਨੀ ਆ ਇਹਨਾਂ ਨਿਯਮਾਂ 'ਤੇ ਕੰਮ ਕਰਨਾ ਸ਼ੁਰੂ ਕਰ ਦੇ। ਕੰਮ ਕਰਨਾ ਪੈਣਾ, ਇਹ ਆਲਸੀ ਬੰਦਿਆਂ ਦੇ ਕੰਮ ਨਹੀਂ ਹੈਗੇ, ਤੁਹਾਨੂੰ ਸਾਧਨਾ ਕਰਨ ਨੂੰ ਹੀ ਪੈਣੀ ਹੈ, ਇੱਧਰ ਕੋਈ ਦੋ ਰਾਏ ਨਹੀਂ। ਹਰ ਜੀਓ ਤੁਧਨੋਂ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਜਿੰਨਾ ਚਿਰ ਸਵਾਸ ਹੈ, ਹੇ ਪਰਮ ਪਿਤਾ ਪਰਮਾਤਮਾ, ਹੇ ਵਾਹਿਗੁਰੂ, ਮੈਂ ਤੇਰੀ ਸਲਾਹਿਤਾ ਕਰਦਾ ਰਹਾ, ਮੇਰੀ ਜਿੰਦ ਜਾਨ ਦੇ ਦਿਲ ਤੋਂ, ਜੀ ਜਾਨ ਤੋਂ ਤੈਨੂੰ ਸਲਾਹਾਂ, ਤੈਨੂੰ ਨਮਸਕਾਰ ਕਰਦਾ ਰਹਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਵਰਸ ਪਚਾਸਾ। ਮੈਂ ਤਾਂ ਜਿਹੜੀ ਸਲਾਹਿਤਾ ਵਾਲੀ ਇੱਕ ਚਿੰਗ ਆ ਨਾ, ਐਂ ਜਗਾ ਕੇ ਰੱਖਦਾ ਮਿਸਾਲ ਨੂੰ, ਉਸ ਨੂੰ, ਕਿ ਹਰ ਵੇਲੇ ਸਕਿੰਟ ਦਰ ਸਕਿੰਟ, ਸਾਸ ਗਰਾਸ ਧਿਆਏ ਮੇਰਾ ਹਰ ਹਰ, ਤੈਨੂੰ ਹੀ ਧਿਆਉਣਾ। ਪਰ ਜੇ ਕਦੇ ਉਹ ਜਿਹੜਾ ਇੱਕ ਭਾਉ ਆ ਤੇਰੀ ਸਲਾਹਿਤਾ ਵਾਲਾ, ਤੇਰੇ ਗੁਣਾਂ ਵਾਲਾ, ਕਿ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਮਾਲਕ ਹੈ, ਤੂੰ ਬਖਸ਼ਣਹਾਰ ਹੈ, ਤੂੰ ਪਤਿਤ ਪਾਵਨ ਹੈ, ਉਹ ਚੱਲ ਰਹੀ ਜਿਹੜੀ ਧਾਰਾ, ਬਹਿ ਰਹੀ ਜਿਹੜੀ ਪ੍ਰੇਮ ਦੀ ਇੱਕ ਧਾਰਾ ਹੈ, ਜੇ ਕਿਤੇ ਇੱਕ ਪਲ ਖਿਣ ਉਹ ਤੋਂ ਮੈਂ ਉਖੜ ਜਾਵਾਂ, ਮੇਰਾ ਧਿਆਨ ਉਸ ਅੰਦਰਲੀ ਲੈ ਤੋਂ ਜਿਹੜੀ ਚੱਲ ਰਹੀ ਧਾਰਾ ਸੀ ਉਹ ਤੋਂ ਬਾਹਰ ਵੱਲ ਨੂੰ ਹੋ ਜੇ, ਦੂਜੇ ਭਾਵ ਵੱਲ ਹੋ ਜੇ, ਤਾਂ ਫਿਰ ਵਾਪਰਦਾ ਕੀ ਆ, ਇੱਕ ਪਲ ਖਿਣ ਵਿਸਰਹਿ ਤੂੰ ਸੁਆਮੀ, ਜਾਣੋ ਵਰਸ ਪਚਾਸਾ। ਐਂ ਜਾਣੋ ਕਿ 50 ਸਾਲ ਲੰਘ ਗਏ ਤੇਰੇ ਗੁਣ ਗਾਉਣ ਤੋਂ ਬਿਨਾਂ। ਉਹ ਸੁੰਨਾਪਣ, ਉਹ ਨੈਗੇਟਿਵਿਟੀ ਵਾਲਾ ਸਮਾਂ ਬੜਾ ਲੰਬਾ ਲੱਗਦਾ। ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਕਾਸ਼ਾ।
ਅਸੀਂ ਤਾਂ ਮੂੜ ਹਾਂ ਸੰਸਾਰ ਦੇ ਲੋਕ, ਮੁਗਧ ਹਾਂ ਸਦਾ ਤੋਂ ਹੀ, ਕਿਉਂਕਿ ਸਾਡਾ ਤਾਂ ਆਪਣਾ ਕੋਈ ਸਿਸਟਮ ਸ਼ੁਰੂ 'ਚ ਹੁੰਦਾ ਹੀ ਨਹੀਂ। ਸਾਨੂੰ ਤਾਂ ਜਦੋਂ ਅਸੀਂ ਜਨਮ ਲੈ ਲਿਆ, ਜਿਵੇਂ ਪਾਸੇ ਆਸੇ ਵਾਲਿਆਂ ਨੇ ਜਿਹੜੀਆਂ ਗੱਲਾਂ ਸਾਡੇ ਤੇ ਥੋਪਤੀਆਂ, ਉਹ ਪੱਕੇ ਤੌਰ 'ਤੇ ਸਾਡੇ ਜਿਹਨ 'ਚ ਫਿੱਟ ਹੋ ਜਾਂਦੀਆਂ। ਸਾਡੀ ਅੰਦਰਲੀ ਜਿਹੜੀ ਅਸਲੀਅਤ ਹੈ, ਇਨਸਾਨੀਅਤ ਹੈ, ਉਹ ਕਦੇ ਹਲਾਰਾ ਹੀ ਨਹੀਂ ਮਾਰਦੀ ਕਿ ਮੈਨੂੰ ਇਹ ਕਿਤੇ ਗਲਤ ਤਾਂ ਨਹੀਂ ਕਹੀ ਜਾਂਦੇ। ਇਹ ਕਹਿੰਦੇ ਆ ਕਿ ਆਪਾਂ ਫਲਾਨੀ ਕੌਮ ਦੇ ਹੁੰਦੇ ਆ, ਫਲਾਨਿਆਂ ਨਾਲ ਆਪਣਾ ਲੜਾਈ ਝਗੜਾ ਹੀ ਰਹਿੰਦਾ, ਕੀ ਪਤਾ ਇਹਨਾਂ 'ਚ ਹੀ ਗਲਤੀਆਂ ਹੋਣ ਤਾਂ ਹੀ ਰਹਿੰਦਾ ਹੋਵੇ, ਆਪਾਂ ਦੇਖ ਤਾਂ ਲਈਏ। ਇਹ ਖਿਆਲ ਨਹੀਂ ਆਉਂਦੇ, ਕਿਉਂਕਿ ਅਸੀਂ ਉਵੇਂ ਹੀ ਮੰਨ ਲੈਂਦੇ ਹਾਂ, ਮੁਗਧ ਹੈ, ਮੂੜ ਹੈ। ਅਸੀਂ ਆਪਣੇ ਤੌਰ 'ਤੇ ਨੰਗੀ ਅੱਖ ਨਾਲ ਸਭਨਾ ਜੀਆਂ ਕਾ ਇੱਕ ਦਾ ਤਾਂ ਵੇਖਦੇ ਹੀ ਨਹੀਂ, ਕਿਉਂਕਿ ਅਸੀਂ ਸਤਿਗੁਰਾਂ ਦੀ ਬਾਣੀ ਤੱਕ ਤਾਂ ਪਹੁੰਚਦੇ ਨਹੀਂ। ਜਿਹੜੇ ਸੜਨ ਵਾਲੇ ਉਹਨਾਂ ਨੇ ਸਾਰਾ ਕੁਝ ਕਰਨ ਕਰਾਉਣ ਤੋਂ ਬਾਅਦ ਵੀ ਕੱਟੜਤਾ ਵਾਲੀ ਚੇਪੀ ਲੈਵਲ ਲਾ ਕੇ ਆਪਣੀ ਮੋਹਰ ਲਾਉਣੀ ਹੁੰਦੀ ਹੈ। ਅਤੇ ਜਿਹੜੀ ਅੰਤਰਕ ਆਜ਼ਾਦੀ ਹੈ, ਜਿਹੜੀ ਨਾਮ ਦੀ ਦਾਤ ਹੈ, ਉਹ ਸਭ ਤੋਂ ਪਹਿਲਾਂ ਇਹਨਾਂ ਗੁਲਾਮੀਆਂ ਦਾ ਹੀ ਨਾਸ ਕਰਦੀ ਹੈ। ਤਾਂ ਅੱਗੇ ਸਤਿਗੁਰੂ ਕੀ ਕਹਿੰਦੇ ਆ, ਤੇਰਾ ਜਿਹੜਾ ਸ਼ਬਦ ਸਦਾ ਤੋਂ ਹੀ ਪ੍ਰਗਾਸ ਆ, ਸਦਾ ਤੋਂ ਹੀ, ਉਹਦਾ ਸਦਕਾ ਹਰ ਜੀਓ ਤੁਮ ਆਪੇ ਦੇਹੋ ਬੁਝਾਈ। ਤੁਸੀਂ ਕਿਰਪਾ ਕਰੋ, ਤੁਸੀਂ ਪਤਿਤ ਪਾਲਕੋ, ਪਤਿਤ ਪਾਵਨੋ, ਤੁਹਾਡਾ ਬਿਰਦਾ। ਤੁਸੀਂ ਜੇ ਕਿਤੇ ਖਿਣ ਪਲ ਵਿਸਰਦਾ ਵੀ ਆ, ਮੈਨੂੰ ਆਪੇ ਬੁਝਾ ਦਿਓ। ਇਹ ਬੁੱਝਣ ਵਾਲੀ ਗੱਲ ਵੀ ਚੇਤੇ ਰੱਖਣੀ ਹੈ। ਬੁੱਝਣ ਤਾਂ ਕਿਉਂਕਿ ਸਾਡੇ ਕੋਲੇ ਸਭ ਕੁਛ ਹੀ ਆ। ਉਹ ਮਾਲਕ ਨੇ ਆਪਣੇ ਦਰ ਤੋਂ ਸਾਨੂੰ ਸਭ ਕੁਛ ਦੇ ਕੇ ਹੀ ਤੋਰਿਆ ਹੋਇਆ। ਸਾਰੇ ਤੱਤ, ਸਾਰੀਆਂ ਚੀਜ਼ਾਂ, ਸਭ ਕੁਛ ਸਾਡੇ ਅੰਦਰ ਡਾਊਨਲੋਡ ਕਰਕੇ ਤੋਰਿਆ। ਜੋ ਬ੍ਰਹਮੰਡ ਦੇ ਵਿੱਚ ਆ ਉਹ ਸਾਡੇ ਪਿੰਡ 'ਚ ਹਾਜ਼ਰ ਆ। ਤੇ ਮਹਾਰਾਜ ਕਿਰਪਾ ਕਰਨ, ਉਹ ਸਾਨੂੰ ਬੁਝਾ ਦੇਣ ਇਹ ਗੱਲ, ਸਾਡੀ ਸੁਰਤ ਉੱਥੋਂ ਤੱਕ ਜਾ ਵੜੇ, ਸਾਡੇ ਅੰਦਰ ਪਿਆਸ ਪੈਦਾ ਹੋ ਜਾਵੇ ਉਸ ਚੀਜ਼ ਦੀ, ਹੈ ਨਾ, ਉਹ ਚੀਜ਼ ਸਾਨੂੰ ਪਤਾ ਲੱਗੇ। ਹਰ ਜੀਓ ਤੁਧ ਬਿਟਹੋਂ ਵਾਰਿਆ, ਸਦ ਹੀ ਤੇਰੇ ਨਾਮ ਬਿਟਹੋਂ ਬਲ ਜਾਈ। ਰਹਾਓ, ਹੇ ਹਰ ਜੀਓ, ਮੇਰੇ ਅੰਦਰ ਵਸੇ ਹੋਏ ਰਮੇ ਹੋਏ ਪਰਮ ਪਿਤਾ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ। ਹੇ ਪ੍ਰਭੂ, ਮੈਂ ਤੇਤੋਂ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਤੂੰ ਬੜੀ ਰਹਿਮਤ ਕੀਤੀ ਹੈ, ਮੇਰੇ ਤੇ ਦਇਆ ਦ੍ਰਿਸ਼ਟੀ ਕੀਤੀ ਹੈ। ਹਮ ਸ਼ਬਦ ਮੂਏ ਸ਼ਬਦ ਮਾਰ ਜੀ ਵਾਲੇ, ਭਾਈ ਸ਼ਬਦੇ ਹੀ ਮੁਕਤ ਪਾਈ। ਅਸੀਂ ਪੈਦਾ ਹੀ ਤੇਰੀ ਧੁਨੀ ਚੋਂ, ਤੇਰੇ ਸ਼ਬਦ ਚੋਂ ਹੋਏ ਹਾਂ। ਅਸੀਂ ਤਾਂ ਭੁੱਲ ਜਾਂਦੇ ਹਾਂ ਜਦੋਂ ਆਪਦੇ ਆਪੇ ਨੂੰ ਸਰੀਰ ਮੰਨ ਬਹਿੰਦੇ ਹਾਂ। ਵੈਸੇ ਅਸੀਂ ਉਹਦੀ ਜੋ ਆਪਣੀ ਤਰੰਗ ਹੈ ਇੱਕ ਓਂਕਾਰ ਦੀ, ਜੋ ਉਹਦਾ ਇੱਕ ਰੂਪ ਆ, ਉਹਦੇ ਚੋਂ ਆਏ ਹਾਂ। ਹਮ ਸ਼ਬਦ ਮੂਏ ਸ਼ਬਦ ਮਾਰਜ ਵਾਲੇ, ਤੇਰੇ ਸ਼ਬਦ ਦੇ ਅਧੀਨ ਹੀ ਤੂੰ ਸਾਨੂੰ ਉਹ ਮੌਤ ਦਿਖਾਤੀ। ਸਾਨੂੰ ਇਹ ਦਿਖਾਤਾ ਕਿ ਤੂੰ ਸਰੀਰ ਨਹੀਂ ਹੈ, ਇਹ ਤਾਂ ਮਰਨਾ ਹੀ ਹੈ। ਕਲੀਅਰ ਕੱਟ ਇਹ ਚੀਜ਼ ਸਤਿਗੁਰੂ ਦਿਖਾ ਦਿੰਦਾ। ਹਮ ਸ਼ਬਦ ਮੂਏ ਸ਼ਬਦ ਮਾਰਜ ਵਾਲੇ, ਭਾਈ ਸ਼ਬਦੇ ਹੀ ਮੁਕਤ ਪਾਈ। ਉਹ ਮਾਰ ਕੇ, ਜਾਣੀ ਸਾਡਾ ਮੋਹ, ਸਾਡੀ ਸੁਰਤ ਬਿਰਤਾ ਸਰੀਰ ਕੰਨੀਓ ਤੋੜ ਕੇ ਆਪਣੇ ਵੱਲ ਲਾ ਲੈਂਦਾ, ਜਿਹੜਾ ਅੰਦਰ ਆਪ ਸੁਪਿਆ ਹੋਇਆ। ਤੇ ਉਹ ਸ਼ਬਦ ਦੇ ਰੂਪ 'ਚ ਹਾਜ਼ਰ ਹੈ, ਜਿਹਨੂੰ ਸ਼ਬਦ ਗੁਰੂ ਕਿਹਾ। ਪਵਨ ਗੁਰੂ ਸਾਨੂੰ ਸ਼ਬਦ ਗੁਰੂ ਤੱਕ ਲੈ ਕੇ ਜਾਂਦਾ। ਇਹ ਵਾਹਨ ਆ ਉੱਥੋਂ ਤੱਕ ਜਾਣ ਦਾ। ਜਿਹੜਾ ਵੀ ਆਪਣੇ ਸਵਾਸਾਂ ਦੇ ਨੇੜੇ ਨਹੀਂ ਆ ਸਕਦਾ, ਕਦੇ ਸਹਿਜ 'ਚ ਨਹੀਂ ਆਊਗਾ, ਸੰਤੋਖ 'ਚ ਨਹੀਂ ਆਊਗਾ। ਜਿੰਨਾ ਮਰਜ਼ੀ ਕੁਛ ਪੜ੍ਹੀ ਜਾਵੇ, ਲਿਖੀ ਜਾਵੇ, ਕ੍ਰੋਧੀ ਹੁੰਦਾ ਜਾਊ, ਹਰਖੀ ਹੁੰਦਾ ਜਾਊ, ਜਾਂ ਉਦਾਸ ਹੁੰਦਾ ਜਾਊ, ਸਮਝ ਨਹੀਂ ਪੈਣੀ। ਜਿਹੜੀ ਇੱਕ ਪ੍ਰਫੁੱਲਤਾ, ਇੱਕ ਲੈ, ਉਹਦੇ ਨਾਲ ਇੱਕ ਮਿਕਤਾ, ਜਿਹੜੀ ਉਹ ਆਪਣੇ ਆਪੇ ਦੇ ਨੇੜੇ ਆਏ ਬਿਨਾਂ, ਪਵਨ ਗੁਰੂ ਦੇ ਚਰਨ ਪਰਸੇ ਬਿਨਾਂ, ਇਹ ਗੁਰੂ ਦੁਆਰ ਤੋਂ ਲੰਘੇ ਬਿਨਾਂ, ਜਿਹੜਾ ਪਵਨ ਗੁਰੂ ਦਾ ਦੁਆਰ ਆਣਾ, ਇਹਦੇ ਵਿੱਚ ਦੀ ਲੰਘੇ ਬਿਨਾਂ, ਸੁਰਤ ਲੰਘਾਏ ਬਿਨਾਂ ਸ਼ਾਂਤੀ ਨਹੀਂ ਆਉਂਦੀ। ਮੁਕਤੀ ਇੱਥੇ ਮਿਲਦੀ ਹੈ। ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਤੇ ਤੇਰੇ ਸ਼ਬਦ ਦੀ ਧੁਨ ਨਾਲ, ਤੇਰੇ ਸ਼ਬਦ ਦੀ ਸਰਬ ਵਿਆਪਕਤਾ ਨਾਲ ਮੇਰਾ ਮਨ, ਮੇਰਾ ਤਨ ਨਿਰਮਲ ਹੋ ਗਿਆ। ਹਰ ਵਸਿਆ ਮਨ ਆਈ। ਤੇ ਜਿਹੜਾ ਅੰਦਰ ਛੁਪਿਆ ਹੋਇਆ ਸੀ, ਉਹ ਬਾਹਰ ਤੀਕਰ ਪ੍ਰਗਟ ਹੋ ਗਿਆ, ਉਹ ਵਸ ਗਿਆ ਆ ਕੇ ਸਾਰੇ ਪਾਸੇ। ਪਤਾ ਲੱਗਿਆ ਕਿ ਉਹੀ ਆ ਸਭ ਥਾਈਂ, ਇਹ ਸ਼ਬਦ ਰੂਪ 'ਚ ਉਹੀ ਆ। ਇਹ ਸ਼ਬਦ ਗੁਰੂ ਆ ਪੂਰੇ ਸੰਸਾਰ ਦਾ।
ਜੋ ਇੱਕ ਲੈ ਆਦ ਤੋਂ ਸੱਚ, ਜੁਗਾਦ ਤੋਂ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਸ਼ਬਦ ਦੀ ਲੈ ਹੀ ਰਹਿਣੀ ਹੈ। ਜਿਹਨੇ ਜਾਗਦੇ ਜਾਣਾ ਉਹਨੇ ਸ਼ਬਦ ਨੂੰ ਹੀ ਮਹਿਸੂਸ ਕਰਨਾ। ਜਿਹਨੇ ਜਾਗਦੇ ਜਾਣਾ ਸ਼ਬਦ ਦੇ ਪ੍ਰਕਾਸ਼ ਨੂੰ ਮਹਿਸੂਸ ਕਰਨਾ ਹੈ। ਜਿਹਨੇ ਜਾਗਦੇ ਜਾਣਾ ਸ਼ਬਦ ਦੇ ਨਾਦ ਨੂੰ ਮਹਿਸੂਸ ਕਰਨਾ ਤੇ ਉਹਦੇ ਵਿੱਚ ਹੀ ਲੀਨ ਹੁੰਦੇ ਜਾਣਾ। ਅੱਗੇ ਸਤਿਗੁਰੂ ਜੀ ਕਹਿੰਦੇ ਆ, ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਿਹਾ ਸਮਾਈ। ਕਹਿੰਦੇ ਉਹ ਜਿਹੜਾ ਸ਼ਬਦ ਆ ਨਾ, ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦਾ ਤੇ ਗੁਰੂ ਦਾ ਦਾਤਾ, ਜਿਤ ਮਨ ਰਾਤਾ, ਤੇ ਸਾਡਾ ਮਨ ਉਹਨੇ ਆਪਦੇ ਰੰਗਾਂ 'ਚ ਰੰਗ ਲਿਆ। ਹਰ ਸਿਉ ਰਿਹਾ ਸਮਾਈ, ਉਹ ਨਾਮ ਦੀ ਦਾਤ ਦੇਣ ਵਾਲਾ। ਉਹਦੇ ਵਿੱਚ ਗੁਰੂ ਦਾ ਸ਼ਬਦ, ਉਹ ਜਿਹੜਾ ਵਿਆਪਕ ਆ ਸਾਰੇ ਥਾਈਂ, ਉਹੀ ਨਾਮ ਦੀ ਦਾਤ ਹੈ। ਸਾਨੂੰ ਸਮਝ ਪੈਣਾ ਸ਼ੁਰੂ ਹੋ ਜਾਂਦਾ। ਤੇ ਜਦੋਂ ਸਾਡਾ ਮਨ ਉਹਦੇ 'ਚ ਰੰਗਿਆ ਜਾਂਦਾ ਹੈ ਤਾਂ ਆਪਣੇ ਆਪ ਹੀ ਇੱਕ ਮਿਕਤਾ ਹਾਸਲ ਹੋ ਜਾਂਦੀ ਹੈ, ਪਰਮ ਪਿਤਾ ਪਰਮਾਤਮਾ 'ਚ ਲੀਨ ਹੋ ਜਾਂਦਾ ਹੈ। ਜਾਂ ਕਹਿ ਲਈਏ ਪਰਮ ਪਿਤਾ ਪਰਮਾਤਮਾ ਹੀ ਬਣ ਜਾਂਦਾ ਹੈ। ਭਗਤ ਤੋਂ ਭਗਵਾਨ ਹੋ ਜਾਂਦਾ, ਨਰ ਤੋਂ ਨਰੈਣ ਹੋ ਜਾਂਦਾ। ਤੇ ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਖੇਡ ਸ਼ਬਦ ਦੀ ਹੈ। ਬਾਬਾ ਜੀ ਕਹਿੰਦੇ ਸ਼ਬਦ ਅੰਦਰ ਛੁਪਿਆ ਹੋਇਆ, ਰਮਿਆ ਹੋਇਆ ਕਣ ਕਣ 'ਚ। ਜਿਹਨੇ ਵੀ ਸ਼ਬਦ ਨੂੰ ਨਾ ਜਾਣਿਆ, ਕਿਹੜਾ ਮਰਜ਼ੀ ਪਹਿਰਾਵਾ ਪਾਈ ਫਿਰੇ, ਕਿਸੇ ਧਰਮ ਦਾ ਠੱਪਾ ਲਾਈ ਫਿਰੇ, ਕੁਛ ਵੀ ਕਰਦਾ ਫਿਰੇ, ਸਤਿਗੁਰੂ ਕਹਿੰਦੇ ਸ਼ਬਦ ਨਾ ਜਾਣੈ। ਜਿਹਨੇ ਜਾਣੇ ਹੀ ਨਹੀਂ ਆਪਣੇ ਅੰਦਰੋਂ ਸ਼ਬਦ ਨੂੰ ਕਿ ਮੈਂ ਰੂਪ ਉਹਦਾ, ਮੈਂ ਸਰੀਰ ਨਹੀਂ ਹਾਂ, ਮੈਂ ਸ਼ਬਦ ਦਾ ਰੂਪ ਹਾਂ। ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ। ਉਹੀ ਲੋਕ ਅੰਨੇ ਆ ਜਿਹੜੇ ਗੱਲ ਨੂੰ ਜਾਣਦੇ ਨਹੀਂ ਕਿ ਅਸੀਂ ਸ਼ਬਦ ਦਾ ਰੂਪ ਹਾਂ, ਤੇ ਉਹੀ ਬੋਲੇ ਆ ਜਿਹੜੇ ਇਹਨੂੰ ਸੁਣਦੇ ਨਹੀਂ। ਸੇ ਕਿਤ ਆਏ ਸੰਸਾਰਾ। ਫਿਰ ਮਹਾਰਾਜ ਕਹਿੰਦੇ ਕਾਹਦੀ ਖਾਤਰ ਆਏ ਸੰਸਾਰ 'ਚ? ਇਹ ਤੋਂ ਪਤਾ ਲੱਗਦਾ ਸੀ ਆਏ ਹੀ ਉਹਨੂੰ ਜਾਣਨਾ। ਤਾਂ ਹੀ ਸਾਰੇ ਗੁਰੂ ਪੀਰ ਸਤਿਗੁਰੂ ਇਸੇ ਗੱਲ ਤੇ ਜ਼ੋਰ ਦਿੰਦੇ ਆ, ਬੰਦਿਆਂ ਜਾਣ ਲਾ, ਬੰਦਿਆਂ ਜਾਣ ਲਾ, ਨਾ ਐਤਕੀ ਕਿਤੇ ਭੁੱਲ ਜੀ, ਆਪਣੇ ਆਪੇ ਨੂੰ ਜਾਣ ਕੇ ਜਾਈ। ਇਹੀ ਤੇਰੇ ਨੰਬਰ ਲੱਗਣੇ ਆ ਕਿ ਤੂੰ ਕਿੰਨਾ ਜਾਣ ਚੁੱਕਿਆ ਸ਼ਬਦ ਨੂੰ, ਤੂੰ ਕਿੰਨਾ ਸਮਰਪਿਤ ਹੋ ਚੁੱਕਿਆ। ਇਹ ਗੱਲਾਂ ਜ਼ਰੂਰ ਆਖਰੀ ਨੇ, ਜਦੋਂ ਪੂਰੀ ਜਾਗਰਤੀ ਆਉਂਦੀ ਉਦੋਂ ਸਮਝ ਆਉਂਦੀਆਂ। ਪਰ ਹੁਣ ਸਾਨੂੰ ਜਿਹੜਾ ਹੁਕਮ ਇਹੀ ਹੈ ਕਿ ਹੋਰ ਤਾਂ ਫਿਰ ਸਾਰੇ ਕਰੀ ਜਾਂਦੇ ਆ ਨਾਲ ਨਾਲ, ਹੈ ਨਾ। ਜਿਹਨੂੰ ਜਿੱਥੋਂ ਲੋੜ ਆ ਉੱਥੋਂ ਲੈ ਲੂਗਾ। ਤੇ ਜਿਹੜਾ ਸਾਰਾ ਕਰ ਕਰਕੇ ਥੱਕ ਚੁੱਕਿਆ, ਬੜੇ ਪਾਠ, ਬੜੀ ਪੂਜਾ, ਬੜਾ ਸਿਸਟਮ ਕਰ ਕਰ ਦੇਖ ਲਿਆ, ਤੇ ਜਿਹੜੇ ਉਹ ਵਿਚਾਰੇ ਫਿਰ ਵੀ ਸੋਚਦੇ ਆ ਯਾਰ ਹਾਲੇ ਗੱਲ ਨਹੀਂ ਬਣੀ। ਜੇ ਕਹਿ ਲਈਏ ਵੀ ਆਪਾਂ ਤਾਂ ਬੋਲਣਾ ਹੀ ਉਹਨਾਂ ਖਾਤਰ ਆ। ਆਜੋ ਭਾਈ, ਇਹੀ ਚੀਜ਼ ਹੈ, ਇਹਨੂੰ ਅੰਦਰੋਂ ਜਾਣਨਾ। ਤਾਂ ਸਤਿਗੁਰ ਕਹਿੰਦੇ ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜੰਮ ਹੈ ਬਾਰੋ ਬਾਰਾ। ਉਹ ਹਰੀ ਪਰਮ ਪਿਤਾ ਪਰਮਾਤਮਾ ਦਾ ਰਸ ਸਾਡੇ ਅੰਦਰ ਹੀ ਛੁਪਿਆ ਹੋਇਆ। ਉਹਦੇ ਕੁਛ ਪੁਆਇੰਟ ਨੇ, ਜਿਹਨੂੰ ਸੁਰਤ ਨਾਲ ਮੰਨਣ ਕੀਤਿਆਂ, ਸੁਰਤ ਨਾਲ ਨੱਪਿਆ, ਟੱਚ ਕਰਿਆ, ਉਹ ਹਰੀ ਰਸ ਮਿਲਦਾ ਅੰਦਰੋਂ। ਜਿਹਨੂੰ ਸਤਿਗੁਰਾਂ ਦੀ ਬਾਣੀ ਅੰਮ੍ਰਿਤ ਰਸ ਕਹਿੰਦੀ ਹੈ, ਜਿਹਨੂੰ ਰਾਮ ਰਸ ਕਹਿੰਦੀ ਹੈ, ਜਿਹਨੂੰ ਨਾਮ ਰਸ ਕਹਿੰਦੀ ਹੈ। ਸਤਿਗੁਰੂ ਕਹਿੰਦੇ ਆਤਮ ਰਸ ਜਹ ਜਾਣਿਆ, ਸੋ ਹੈ ਖਾਲਸ ਦੇਵ। ਅਸਲੀ ਖਾਲਸਾ ਮਹਾਰਾਜ ਕਹਿੰਦੇ ਉਹ ਆ ਜਿਹਨੇ ਅੰਦਰੋਂ ਰਾਮ ਰਸ ਆਤਮ ਰਸ ਜਾਣ ਲਿਆ। ਜੇ ਆਤਮ ਰਸ ਨਾ ਜਾਣਿਆ ਫਿਰ ਕੱਲਾ ਪਹਿਰਾਵਾ ਰਹਿ ਗਿਆ। ਕਹਿੰਦੇ ਹਰ ਰਸ ਨਾ ਪਾਇਆ, ਜੇ ਰਸੀ ਨਹੀਂ ਨਾ ਪਾਇਆ। ਇਹੀ ਇੱਕ ਕਸਵੱਟੀ ਹੈ, ਹੋਰ ਕੁਛ ਨਹੀਂ ਹੈ। ਤੁਸੀਂ ਕਿੰਨਾ ਕੁ ਕੁਛ ਕੀ ਕਰਦੇ ਹੋ, ਕਿੰਨੇ ਵਜੇ ਉੱਠਦੇ ਹੋ, ਕੀ ਪਹਿਨਦੇ ਹੋ, ਕੀ ਖਾਂਦੇ ਹੋ, ਕੀ ਕਰਦੇ ਫਿਰਦੇ ਹੋ, ਕਿੰਨੀਆਂ ਕੁ ਬੰਦੇਜ ਰੱਖਦੇ ਹੋ, ਕਿੰਨੇ ਕੁ ਰੌਲ ਘਦੌਲ 'ਚ ਪਏ ਵੇ ਹੋ, ਇਹਨਾਂ ਗੱਲਾਂ ਦਾ 1% ਵੀ ਮੁੱਲ ਨਹੀਂ ਪੈਣਾ ਦਾਤੇ ਦੇ ਦਰ 'ਤੇ। ਉੱਥੇ ਇੱਕੋ ਹੀ ਗੱਲ ਜਾਣੀ ਹੈ ਕਿ ਤੂੰ ਹਰ ਰਸ ਨੂੰ ਜਾਣਿਆ। ਜੇ ਹਰ ਰਸ ਨੂੰ ਜਾਣਿਆ ਤਾਂ ਸਹਿਜ ਹੋਣਾ, ਸੰਤੋਖ ਹੋਣਾ, ਚੜ੍ਹਦੀ ਕਲਾ ਹੋਣੀ ਆ। ਜੇ ਨਹੀਂ ਜਾਣਿਆ ਕੱਲੀਆਂ ਗੱਲਾਂ ਤਾਂ ਫਿਰ ਚਿਤਵਣੀਆਂ ਹੋਣੀਆਂ, ਚਿੰਤਾ ਹੋਣੀਆਂ, ਅੰਦਰੇ ਅੰਦਰ ਘੁਣ ਵਾਂਗੂ ਖਾਂਦੀਆਂ ਗੱਲਾਂ ਹੋਣਗੀਆਂ। ਤਾਂ ਸਤਿਗੁਰੂ ਕਹਿੰਦੇ ਇਹੀ ਇੱਕ ਕਸਵੱਟੀ ਹੈ ਗੁਰਮੁਖੋ, ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ। ਆ ਜਿਹੜਾ ਜਨਮ ਮਿਲਿਆ ਸੀ, ਇਹ ਸਮਝ ਲਓ ਇਸ ਗੱਲ ਬਿਨਾ ਬਿਰਥਾ ਗਿਆ। ਇਹ ਹਰ ਰਸ ਨੂੰ ਪਾਉਣ ਦਾ ਤਰੀਕਾ ਹਰ ਇੱਕ ਸ਼ਬਦ 'ਚ ਵਾਰੀ ਤਾਂ ਹੀ ਕਹਿਣੇ ਆ ਕਿ ਟਾਈਮ 'ਚੋਂ ਟਾਈਮ ਕੱਢ ਕੇ, ਜਿਹੜੇ ਬੰਦਿਆਂ ਨੇ ਜਮੇ ਹੀ ਕਦੇ ਧਰਮ ਦੀ ਗੱਲ ਨਹੀਂ ਸੁਣੀ,
ਕਿਸੇ ਵੀ ਧਰਮ ਦੇ ਨਹੀਂ ਹੈ। ਜੇ ਮੈਂ ਕਹਿ ਲਈਏ, ਜੇ ਗੁਰੂ ਨਾਨਕ ਵੀ ਬੋਲਣ ਲੱਗੇ, ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਚਾਰ ਉਦਾਸੀਆਂ ਕਰਕੇ, ਤਾਂ ਉਹਨਾਂ ਨੇ ਪੂਰੀ ਕਾਇਨਾਤ ਨੂੰ ਕਿਹਾ, ਹਰ ਬੰਦੇ ਨੂੰ ਕਿਹਾ। ਹੁਣ ਜਿਹੜੇ ਸ਼ਬਦ ਆ ਨਾ ਗੁਰੂ ਦੇ, ਕਿਸੇ ਇੱਕ ਦੇ ਨਹੀਂ ਹੈ, ਕਿਸੇ ਇੱਕ ਕਮਿਊਨਿਟੀ ਖਾਤਰ ਨਹੀਂ ਹੈ। ਹੁਣ ਇਹ ਗੱਲ ਹੈ ਕਿ ਬੰਦਿਆਂ ਤੂੰ ਜਿਹੜਾ ਵੀ ਸੁਣਦਾ ਹੈ, ਤੂੰ ਕੋਈ ਵੀ ਹੋ ਸਕਦਾ, ਕਿਸੇ ਕੌਮ, ਦੇਸ਼, ਕਾਲ ਦਾ। ਜੇ ਤੂੰ ਇਹ ਗੱਲ ਜਾਣਨੀ ਚਾਹਣਾ ਕਿ ਮੈਂ ਸਹਿਜ 'ਚ ਰਹਿਣਾ ਚਾਹਣਾ, ਮੈਂ ਸੰਤੋਖ 'ਚ ਰਹਿਣਾ ਚਾਹਣਾ, ਮੈਂ ਆਪਣੇ ਅੰਦਰੋਂ ਇੱਕ ਰਸ ਚਾਹਣਾ, ਮੇਰੇ ਕੋਲੇ ਦੁਨਿਆਵੀ ਤੌਰ 'ਤੇ ਬਹੁਤ ਕੁਛ ਆ, ਸਭ ਕੁਛ ਹੋ ਗਿਆ, ਪਰ ਮੇਰੇ ਉਹ ਚਿਤਵਣੀ ਨਹੀਂ ਮਿਟਦੀ, ਉਹ ਖਾਲੀਪਣ ਨਹੀਂ ਮਿਟਦਾ, ਤਾਂ ਗੁਰੂ ਨਾਨਕ ਦੇ ਘਰ ਆ ਜਾ। ਗੁਰੂ ਨਾਨਕ ਦਾ ਘਰ ਤੇਰਾ ਪਹਿਰਾਵਾ ਨਹੀਂ ਬਦਲਦਾ। ਗੁਰੂ ਨਾਨਕ ਦਾ ਘਰ ਤੈਨੂੰ ਇਹ ਨਹੀਂ ਕਹਿੰਦਾ ਕਿ ਤੂੰ ਕੌਣ ਹੈ, ਕਿਹੜੀ ਕੌਮ ਜਾਤ 'ਚੋਂ ਆਇਆ, ਕਿਹੜੇ ਦੇਸ਼ 'ਚੋਂ ਆਇਆ ਨਾ। ਸਿਰਫ ਤੈਨੂੰ ਆਏ ਨੂੰ ਜਲ ਮਿਲੂਗਾ, ਆਏ ਨੂੰ ਚਾਹ ਪ੍ਰਸ਼ਾਦਾ ਮਿਲੂਗਾ, ਉਸ ਤੋਂ ਬਾਅਦ ਗੁਰੂ ਕਾ ਦਰਬਾਰ ਮਿਲੂਗਾ। ਤੂੰ ਬੈਠ ਚੱਲ ਕੇ, ਤੇ ਬੈਠ ਕੇ ਗੁਰੂ ਕੀ ਬਾਣੀ ਸੁਣ, ਕੀਰਤਨ ਸੁਣ, ਤੇ ਜਦੋਂ ਤੂੰ ਸੁਣੇਗਾ, ਮਹਾਰਾਜ ਕਹਿਣਗੇ ਉਹ ਇੱਕ ਹੈ ਭਾਈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਉਹਨੂੰ ਪਾਉਣ ਲਈ ਜਾਣਾ ਕਿੱਥੇ ਆ? ਅੰਦਰ। ਸਭ ਕੁਛ ਘਰ ਮੈਂ ਬਾਹਰ ਨਾ। ਕਰਨਾ ਕੀ ਆ? ਬੈਠਣਾ ਸ਼ਾਂਤ ਹੋ ਕੇ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ, ਪਵਨ ਗੁਰੂ ਦਾ ਧਿਆਨ ਧਰਨਾ। ਜਿਵੇਂ ਜਿਵੇਂ ਧਰੋਗੇ, ਅੱਜ ਸ਼ੁਰੂ ਕਰ ਦਿਓ, 1 ਮਹੀਨੇ ਦਾ ਰਿਕਾਰਡ ਦੇਖਿਓ ਕੀ ਆ ਫਰਕ, ਕੀ ਆ ਪਿਛਲੀ ਜ਼ਿੰਦਗੀ ਨਾਲ। ਜਿਹੜੇ ਜੁੜੇ ਹੋਏ ਆ, ਜਿਨ੍ਹਾਂ ਨੇ ਖੰਡੇ ਦੀ ਪਹੁਲ ਲਈ ਹੋਈ ਆ, ਉਹਨਾਂ ਦੀਆਂ ਤਾਂ ਗੱਲਾਂ ਹੀ ਵੱਖਰੀਆਂ। ਜੇ ਉਹਨਾਂ ਵਿੱਚੋਂ ਵੀ ਕਿਸੇ ਨੂੰ ਉਲਝਣ ਆ, ਉਹ ਵੀ ਜਾਣ ਸਕਦੇ ਆ। ਪਰ ਜੇ ਆਮ ਮਨੁੱਖ ਆ ਨਾ, ਕੋਈ ਜਿਹਨੂੰ ਵਿਚਾਰੇ ਨੂੰ ਹਲੇ ਨਹੀਂ ਪਤਾ, ਉਹਨੂੰ ਬੇਨਤੀ ਹੈ ਕਿ ਦਿਨ ਵਿੱਚ ਦੀ ਜਦੋਂ ਵੀ ਟਾਈਮ ਮਿਲਦਾ, ਜਦੋਂ ਵੀ ਤੁਹਾਨੂੰ ਪਤਾ ਕਿ ਤੁਹਾਡੇ ਕੋਲੇ 5-4 ਮਿੰਟ ਹੈਗੇ, ਬੋਲ ਕੇ ਕਹਿ ਚਿੱਤ 'ਚ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੇ ਗੁਰੂ ਨਾਨਕ, ਮੈਂ 1 ਮਿੰਟ ਤੁਹਾਡੀ ਗੋਦ ਦਾ ਆਨੰਦ ਮਾਣਨਾ ਚਾਹੁੰਦਾ। ਇੱਕ ਮਿੰਟ 'ਚ ਤਕਰੀਬਨ, ਜੇ ਆਮ ਜ਼ਿੰਦਗੀ ਦੇਖੀਏ ਤਾਂ 15 ਕੁ ਸਵਾਸ ਬੰਦਾ ਲੈਂਦਾ, ਅਤੇ ਤੁਸੀਂ ਸ਼ਾਂਤੀ ਨਾਲ ਬਹਿਣਾ ਕਰਕੇ 10 ਕੁ ਸਵਾਸ ਸ਼ਾਇਦ ਆ ਜਾਣਗੇ। 1 ਮਿੰਟ 'ਚ 10 ਕੁ ਸਾਹ ਲੈ ਲਿਓ, ਤੁਹਾਨੂੰ ਪਤਾ ਲੱਗੂ ਕਿ ਸ਼ਾਂਤੀ ਕਹਿੰਦੇ ਕਿਹਨੂੰ ਆ, ਗੁਰੂ ਦੀ ਗੋਦ ਕਹਿੰਦੇ ਕਿਹਨੂੰ ਆ। ਗੁਰੂ ਨਾਨਕ 4 ਸਪੇਰੇ ਰਮਿਆ ਹੋਇਆ ਸਭ ਕਾਸੇ 'ਚ, ਸਾਰੇ ਕਾਸੇ ਦੀ ਉਹਦੀ ਊਰਜਾ ਦੀ ਬੁੱਕਲ ਬਣ ਜਾਣੀ ਆ। ਤੁਹਾਨੂੰ ਅਹਿਸਾਸ ਕਰਾਉਣਾ ਤੁਹਾਡੇ ਸਿਰ 'ਤੇ ਹੱਥ ਰੱਖ ਕੇ। ਇਹ ਦਿਨ ਆ ਜਾਣਾ ਹੈ, ਹੌਲੀ ਹੌਲੀ, ਥੋੜ੍ਹੇ ਦਿਨਾਂ ਬਾਅਦ ਹੀ ਆ ਜਾਂਦਾ, ਕਿਉਂਕਿ ਜਿਹਨੂੰ ਪਕੜ ਤੇ ਅੰਦਰੋਂ ਤੜਪ ਆਣਾ, ਤੇ ਉਹਦੇ ਸਿਰ ਤੋਂ ਪਤਾ ਲੱਗਣ ਲੱਗ ਜਾਂਦਾ ਉਹਨੂੰ ਕਿ ਹਾਂ ਕਿਸੇ ਨੇ ਧਰਤਾ ਹੱਥ ਮੇਰੇ ਆ ਕੇ। ਊਰਜਾ ਖੇਲਣ ਲੱਗ ਜਾਂਦੀ ਹੈ ਉਹ ਸਤਿਗੁਰਾਂ ਨਾਲ। ਬੈਠਿਆ ਕਰੋ, ਕੱਢਿਆ ਕਰੋ ਟਾਈਮ। ਉਹ 1 ਮਿੰਟ ਨਹੀਂ, 1 ਘੰਟਾ ਬਣਨਾ ਹੌਲੀ ਹੌਲੀ। ਤੇ ਇਸ ਚੱਕਰ 'ਚ ਕਿ 1.25 ਘੰਟਾ ਕਿਹਾ ਤੇ 1.25 ਹੀ ਬੈਠਣ ਲੱਗਾਂਗੇ, ਜਦ ਜਿਦਾਈ ਚ ਉਮਰਾਂ ਲੰਘ ਜਾਂਦੀਆਂ। ਕਈ ਵਾਰੀ ਬੰਦਾ ਫਿਰ ਉਨਾ ਟਾਈਮ ਕੱਢ ਨਹੀਂ ਸਕਦਾ, ਤੇ ਉਹ ਕੁਛ ਕਰਦੇ ਹੀ ਨਹੀਂ। ਇਹ ਧੋਖੇ 'ਚ ਨਾ ਆਇਓ ਮਨ ਦੇ। ਇਸ 1 ਮਿੰਟ ਨੇ ਹੀ ਘੰਟਾ ਬਣ ਜਾਣਾ ਹੈ। ਸ਼ੁਰੂਆਤ ਜਦੋਂ ਤੋਂ ਤੁਹਾਡੇ ਕੰਨਾਂ 'ਚ ਆ ਗੱਲ ਪੈ ਗਈ ਨਾ ਕਿ ਬੈਠਣ ਨੂੰ ਕਿਹਾ ਗੁਰੂ ਨਾਨਕ ਨੇ, ਆਉਂਦੇ ਜਾਂਦੇ ਸਵਾਸਾਂ ਨੂੰ ਪਵਨ ਗੁਰੂ ਕਿਹਾ, ਪਾਣੀ ਨੂੰ ਪਿਤਾ ਕਿਹਾ। ਕਿੱਡੀ ਵੱਡੀ ਗੱਲ ਆ, ਜਿਹਨੂੰ ਗੁਰੂ ਨਾਨਕ ਗੁਰੂ ਕਹੇ, ਤੇ ਜਿਹਨੂੰ ਗੁਰੂ ਨਾਨਕ ਪਿਤਾ ਕਹੇ, ਤੇ ਜਿਹਨੂੰ ਗੁਰੂ ਨਾਨਕ ਮਾਤਾ ਕਹੇ, ਤੇ ਅਸੀਂ ਸਤਿਕਾਰ ਨਾ ਕਰੀਏ, ਅਸੀਂ ਉਹਨੂੰ ਪਿਆਰ ਨਾ ਕਰੀਏ, ਤੇ ਇਹ ਗੱਲ ਨੂੰ ਸਮਝੀਏ ਨਾ, ਪਿਤਾ ਨਾ ਪੇਸ ਕਿਵੇਂ ਆਉਣਾ। ਬਸ ਆ 3 ਗੱਲਾਂ ਪੱਲੇ ਬੰਨ੍ਹ ਲਓ ਗੁਰੂ ਨਾਨਕ ਤੋਂ। ਜੇ ਰਸਤਾ ਸਮਝਣਾ, ਤੁਹਾਡੇ ਬਗ ਰਹੀ ਜਿਹੜੀ ਪੌਣ ਹੈ, ਇਹ ਗੁਰੂ ਦਾ ਦਰਜਾ ਰੱਖਦੀ ਹੈ, ਪਵਨ ਗੁਰੂ। ਇਹਦਾ ਜਿੰਨਾ ਸਤਿਕਾਰ ਕਰ ਸਕਦੇ ਹੋ ਕਰੋ, ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰੋ, ਸ਼ਾਂਤ ਹੁੰਦੇ ਜਾਓਗੇ ਦਿਨੋਂ ਦਿਨ। ਪਾਣੀ ਜਦੋਂ ਵੀ ਛਕਣਾ, ਜਦੋਂ ਵੀ ਇਸ਼ਨਾਨ ਕਰਨਾ, ਗੁਰੂ ਨਾਨਕ ਦਾ ਨਾਂ ਲੈ ਕੇ ਹੀ ਸਕਣਾ ਕਿ ਇਹ ਪਾਣੀ ਪਿਤਾ ਤੇਰੇ ਬਾਰੇ ਮੈਨੂੰ ਗੁਰੂ ਨੇ ਸੋਝੀ ਦਿੱਤੀ ਹੈ। ਜੋ ਤੁਹਾਨੂੰ ਜ਼ਿੰਦਗੀ 'ਚ ਚੰਗਾ ਚਾਹੀਦਾ, ਉਹਦੀ ਬੇਨਤੀ ਕਰੋ ਪਾਣੀ ਪਿਤਾ ਕੋਲ। ਜਦੋਂ ਹੀ ਧਰਤੀ ਮਾਂ ਨੂੰ ਟੱਚ ਕਰਨਾ, ਜਦੋਂ ਹੀ ਤੁਰਨਾ, ਐਂ ਹੋਸ ਨਾਲ ਪੱਬ ਰੱਖਦੇ ਜਾਓ। ਪਤਾ ਲੱਗੇ ਕਿ ਕੋਈ ਗੁਰਸਿੱਖ, ਕੋਈ ਜੁੜਿਆ ਹੋਇਆ, ਕੋਈ ਰੂਹ ਜਾਂਦੀ ਹੈ। ਜਿੱਥੇ ਜਾ ਕੇ ਖੜ੍ਹ ਜਾਓ ਪਤਾ ਲੱਗੇ ਕੋਈ ਖੜਿਆ ਆ ਕੇ। ਜਦੋਂ ਬੈਠੋ, ਤੁਹਾਡੇ ਬੈਠਣ ਦੇ ਸਟਾਈਲ ਤੋਂ ਪਤਾ ਲੱਗੇ ਕਿ ਕੋਈ ਹੋਸ਼ ਨਾਲ ਉੱਠ ਰਿਹਾ, ਹੋਸ਼ ਨਾਲ ਬੈਠ ਰਿਹਾ, ਸਾਂਭ ਰਿਹਾ ਕਿਸੇ ਗੱਲ ਨੂੰ। ਕੋਈ ਤੰਦ ਹੈ ਕਿਤੇ ਜੁੜੀ ਹੋਈ, ਜਿਹਨੂੰ ਇਹ ਗੱਲ ਕਰਦਾ, ਜਿਹਨੂੰ ਬੈਠਦਾ, ਉੱਠਦਾ, ਤੁਰਦਾ ਸਾਂਭ ਰਿਹਾ। ਉਹ ਇੱਕ ਲੈ ਜਿਹੜੀ ਵਗ ਰਹੀ ਹੈ ਨਾ ਹਰ ਵੇਲੇ, ਉਹਦੀ ਧਾਰਾ ਵਹਿ ਰਹੀ ਆ, ਉਹਦੇ ਨਾਲ ਨਾਲ ਤੁਰਨਾ।
ਦੇਖੋ ਜ਼ਿੰਦਗੀ ਨੂੰ ਸਾਧ ਕੇ ਦੇਖੋ ਕਿਵੇਂ ਬਣਦੀ ਹੈ ਜ਼ਿੰਦਗੀ, ਗੱਲ ਹੋਰ ਬਣ ਜਾਣੀ ਹੈ। ਸਤਿਗੁਰੂ ਕਹਿੰਦੇ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜੰਮ ਹੈ ਬਾਰੋ ਬਾਰਾ। ਕਹਿੰਦੇ ਫਿਰ ਇਹ ਗੇੜ ਮੁੱਕਣਾ ਨਹੀਂ, ਹਰ ਜਨਮ 'ਚ ਇਹੀ ਕੁਛ ਹੋਣਾ। ਉਹੀ ਗਰੀਬੀਆਂ, ਉਹੀ ਧੱਕੇ ਧੋੜੇ, ਉਹੀ ਸਕੂਲ, ਉਹੀ ਪੜ੍ਹਾਈਆਂ, ਉਹੀ ਫਿਰ ਖਿੱਚ ਕਿਸੇ ਕੰਨੀ ਪੈਣੀ, ਫਿਰ ਉਹਦੇ ਨਾਲ ਵਿਆਹ, ਫਿਰ ਲੜਾਈ ਝਗੜੇ, ਫਿਰ ਨਰਕ ਵਰਗਾ ਜੀਵਨ, ਬਾਰ-ਬਾਰ ਇਹੀ ਚੱਲਦਾ ਰਹਿਣਾ। ਮਹਾਰਾਜ ਕਹਿੰਦੇ ਜਾਗ ਲਿਓ ਰੇ ਮਨਾ, ਜਾਗ ਲਿਓ। ਬਸ ਇਸ ਵਾਰੀ ਸਟਾਪ ਕਰ ਦਿਓ, ਅਰਦਾਸ ਕਰ ਦਿਓ, ਹੇ ਗੁਰੂ ਨਾਨਕ ਮੈਂ ਨਹੀਂ ਦੁਬਾਰਾ ਆਉਣਾ ਚਾਹੁੰਦਾ। ਜੇ ਆਵਾਂ ਤਾਂ ਤੇਰੀ ਰਜ਼ਾ 'ਚ ਆਵਾਂ, ਤੇਰੇ ਹੁਕਮ 'ਚ ਆਵਾਂ, ਪਰ ਉਪਕਾਰ ਲਈ ਆਵਾਂ। ਐਸੇ ਜਨਮ 'ਚ ਹੀ ਸਿਰਾ ਲਾ ਦੇਣਗੇ, ਨਹੀਂ ਭਟਕਣ ਦਿੰਦੇ। ਕਹਿਣਾ ਸ਼ੁਰੂ ਕਰ ਦਿਓ, ਜਿੰਨੀ ਕੁ ਉਮਰ ਬਚੀ ਹੈ ਕਹਿਣਾ ਸ਼ੁਰੂ ਕਰ ਦਿਓ। ਖਿੱਚ ਲੈਣਾ ਉਹਨੇ ਆਪਣੇ ਵੱਲ ਨੂੰ, ਉਹ ਤਾਂ ਤਿਆਰ ਹੀ ਆ। ਉਹਦਾ ਗੁਰਪ੍ਰਸਾਦ ਤਾਂ ਪੂਰੇ ਸੰਸਾਰ 'ਤੇ ਐਂ ਘੁੰਮਦਾ ਫਿਰਦਾ। ਉਹ ਤਾਂ ਵੇਖਦਾ ਕਿ ਕਿੱਥੇ ਮੰਗ ਹੈ ਇਹਦੀ ਇਲਾਹੀ ਚੀਜ਼ਾਂ ਦੀ, ਬਖਸ਼ਿਸ਼ ਕਰਦਾ। ਬਿਸ਼ਟਾ ਕੇ ਕੀੜੇ ਬਿਸ਼ਟਾ ਮਹੇ ਸਮਾਣੇ, ਮਨ ਮੁਖ ਮੁਗਧ ਗਵਾਰਾ। ਬੜਾ ਸਖਤ ਲਫ਼ਜ਼ ਵਰਤਦੇ ਆ ਸਤਿਗੁਰੂ ਕਿ ਜਿਹੜੇ ਇਹਨਾਂ ਗੱਲਾਂ 'ਤੇ ਧਿਆਨ ਨਹੀਂ ਦਿੰਦੇ, ਜਿਹੜੇ ਇਹਨਾਂ ਗੱਲਾਂ ਨੂੰ ਸੁਣਦੇ ਨਹੀਂ, ਸਮਝਦੇ ਨਹੀਂ, ਉਹ ਕਹਿੰਦੇ ਗੰਦਗੀ ਦੇ ਗੰਦ ਦੇ ਕੀੜੇ ਆ। ਬਿਸ਼ਟਾ ਕੇ ਕੀੜੇ ਬਿਸ਼ਟਾ ਮਹੇ ਸਮਾਣੇ, ਕਹਿੰਦੇ ਉਹਨਾਂ ਨੇ ਤਾਂ ਫਿਰ ਇਹੀ ਰਾਹ ਫੜਨਾ। ਮਨ ਮੁਖ ਮੁਗਧ ਗਵਾਰਾ, ਉਹ ਤਾਂ ਮਨ ਮੁਖ ਹੈ, ਉਹਨਾਂ ਨੇ ਮਨ ਮਗਰ ਲੱਗ ਕੇ ਚੱਲਣਾ ਹੈ। ਮੁਗਧ ਮੂਰਖ ਲੋਕ ਆ, ਤੇ ਉਹਨਾਂ ਨੂੰ ਸੁਧਾਰਨ ਦੇ ਚੱਕਰ 'ਚ ਆਪਦਾ ਨਾ ਵਿਗਾੜ ਲਿਓ। ਬਸ ਕਹੇ ਤੱਕ ਹੱਥ ਹੈ ਕਰੀ, ਜੇ ਕੋਈ ਸੁਣਦਾ ਠੀਕ ਹੈ, ਨਹੀਂ ਸੁਣਦਾ ਜਾਣ ਦੇ ਜਿੱਧਰ ਜਾਂਦਾ। ਤੁਸੀਂ ਸਿਰਫ ਉਹਨੂੰ ਪਿਆਉਣਾ ਹੈ, ਉਹਨੂੰ ਦੇਣਾ ਜਿਹੜਾ ਪਿਆਸਾ, ਜਿਹੜਾ ਮੰਗਦਾ। ਧੱਕੇ ਨਾਲ ਬਾਲਟੀ ਚੱਕ ਕੇ ਨਹੀਂ ਕਿਸੇ ਮਗਰ ਭੱਜਿਆ ਜਾਂਦਾ, ਨਾ ਹੀ ਭੱਜਣ ਦੀ ਲੋੜ ਆ। ਨਾ ਹੀ ਕਿਸੇ ਨੂੰ ਕਹੋ ਧੱਕੇ ਨਾਲ ਵਾਰੀ ਇੱਕ ਵਾਰੀ ਚਲੋ ਫਰਜ਼ ਹੁੰਦਾ ਆਪਦੇ ਦੋਸਤਾਂ ਨੂੰ, ਆਪਦੇ ਭੈਣ ਭਰਾਵਾਂ ਨੂੰ, ਆਪਦੇ ਮਿੱਤਰਾਂ ਨੂੰ ਕਹਿਣ ਦਾ ਕਿ ਆਹ ਇੱਕ ਗੱਲ ਆ ਜੀ, ਆਪਾਂ ਐਂ ਕਰ ਲਈਏ। ਕੋਈ ਕਰਦਾ ਠੀਕ ਆ, ਨਹੀਂ ਫਿਰ ਜਾਣ ਦਿਓ। ਸੰਗੀ ਉਹ ਆ ਜਿਹੜਾ ਖੁਦ ਭਾਲਦਾ ਫਿਰਦਾ, ਜਿਹੜਾ ਬੱਤੀ ਬੱਟੀ ਫਿਰਦਾ, ਘਿਓ ਨਾ ਤੇਲ ਨਾ ਦੀਵਾ ਭਰੀ ਫਿਰਦਾ। ਸਿਰਫ ਵਿਚਾਰੇ ਕੋਲੇ ਲਾਈਟ ਨਹੀਂ ਹੈ, ਅਗਨੀ ਨਹੀਂ ਹੈ, ਤੜਫਦਾ ਫਿਰਦਾ, ਤਰਸਦਾ ਫਿਰਦਾ ਕਿ ਕਿਤੋਂ ਮਿਲ ਜੇ ਰਾਹ, ਕਿਤੋਂ ਮਿਲ ਜੇ ਰਾਹ। ਉਹਦੇ ਕੰਨੀ ਜੇ 2-4 ਕਦਮ ਚੱਲ ਕੇ ਵੀ ਜਾਣਾ ਪੈ ਜੇ ਕੋਈ ਹਰਜ ਨਹੀਂ। ਉਹਨੂੰ ਜ਼ਰੂਰ ਕਹਿ ਦੇ ਵੀ ਆਹ ਚੱਕ ਮਿੱਤਰਾ ਜਗਾਲਾ ਤੇ ਕਰ ਆਪਦੀ ਜ਼ਿੰਦਗੀ ਰੌਸ਼ਨ, ਜੇ ਕਦੇ ਫੇਲ ਲੋੜ ਪਊ ਤਾਂ ਆ ਜੀ। ਆਪੇ ਕਰ ਵੇਖੈ ਮਾਰਗ ਲਾਏ, ਭਾਈ ਤਿਸ ਬਿਨਾ ਵਰਨਾ ਕੋਈ। ਮਹਾਰਾਜ ਕਹਿੰਦੇ ਭਾਈ ਭਾਵੇਂ ਕੋਈ ਮਨਮੁਖ ਹੈ ਉਹ ਵੀ ਉਹਦੀ ਰਜਾ 'ਚ ਹੈ, ਭਾਵੇਂ ਕੋਈ ਗੁਰਸਿੱਖ ਹੈ ਉਹ ਵੀ ਉਹਦੀ ਰਜਾ 'ਚ ਹੈ, ਭਾਵੇਂ ਕੋਈ ਗੁਰਮੁਖ ਹੈ ਉਹ ਵੀ ਉਹਦੀ ਰਜਾ 'ਚ ਹੈ। ਜੋ ਵੀ ਕੁਛ ਹੋ ਰਿਹਾ ਉਹ ਕਰਤੇ ਦੀ ਨਜ਼ਰ ਦੇ ਵਿੱਚ ਹੈ, ਨਜ਼ਰ ਦੇ ਵਿੱਚ ਹੈ, ਉਹਦੇ ਹੁਕਮ 'ਚ। ਐਵੇਂ ਤਪਿਆ ਨਾ ਕਰੋ ਸੰਨ 'ਚ ਕਿ ਆਹ ਕਰੀ ਜਾਂਦੇ, ਆਹ ਕਰੀ ਜਾਂਦੇ, ਉਹ ਕੀ ਹੋ ਜੂ, ਆਹ ਕੀ ਹੋ ਜੂ। ਕੁਛ ਨਹੀਂ ਹੁੰਦਾ। ਇਹ ਜੱਗ ਸੱਚੇ ਕੀ ਕੋਠੜੀ ਉਹਦੀ ਮਾਲਕ ਦੀ ਆਪਦੀ ਹੈ, ਸਾਰੇ ਰੰਗ ਹੀ ਉਹਦੇ ਆਪਦੇ ਆ। ਬਸ ਸਾਨੂੰ ਕਸੂਤਾ ਜਬ ਇਹ ਪੈਂਦਾ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਸਮਾਜ ਚੰਗਾ ਕਹਿਣ ਲੱਗ ਜਾਂਦਾ ਹੈ, ਅਸੀਂ ਚੰਗਾ ਬਣ ਕੇ ਦਿਖਾਉਣਾ ਚਾਹੁੰਦੇ ਹਾਂ। ਜਿਨ੍ਹਾਂ ਨੂੰ ਇਹ ਮਾੜਾ ਕਹਿਣ ਲੱਗ ਜਾਂਦਾ ਅਸੀਂ ਸਪਾਉਣਾ ਚਾਹੁੰਦੇ ਹਾਂ। ਹੋਰ ਕੋਈ ਚੱਕਰ ਨਹੀਂ, ਤੁਸੀਂ ਇਹਨਾਂ ਦੀ ਪ੍ਰਵਾਹ ਛੱਡ ਦਿਓ, ਇਹਨਾਂ ਨੇ ਤਾਂ ਬਦਲਦੇ ਰਹਿਣਾ। ਸਾਡੇ ਦੇਖਣ ਦੀ ਗੱਲ ਆ, ਬਚਪਨ ਦੇ ਵਿੱਚ ਕਹਿ ਲਓ ਅੱਜ ਤੋਂ 45 ਸਾਲ ਪਹਿਲਾਂ ਜਾਂ 40 ਸਾਲ, ਜੇ ਕੋਈ ਬੰਦਾ ਆਪਣੀ ਕੁੜੀ ਨੂੰ ਸ਼ਹਿਰ ਪੜ੍ਹਨ ਲਾਉਂਦਾ ਸੀ ਤਾਂ ਉਹਨਾਂ ਦੇ ਸਕੇ ਸਕੇਲੇ ਇਹੋ ਜਿਹੀਆਂ ਗੰਦੀਆਂ ਗੱਲਾਂ ਬਣਾਉਂਦੇ ਸੀ, ਉਹ ਪਿਓ ਦਾ ਜਿਉਣਾ ਦੁੱਭਰ ਕਰ ਦਿੰਦੇ ਸੀ। 2-3 ਕੇਸ ਅਸੀਂ ਕੋਲੇ ਬਹਿ ਕੇ ਅੱਖੀਂ ਦੇਖਿਆ ਆਪਦੇ ਨੇੜਲੇ ਘਰਾਂ ਦੇ, ਕਿ ਉਹਨਾਂ ਦੇ ਮਾਂ ਪਿਓ ਨੂੰ ਕੀ ਸੁਣਨਾ ਪਿਆ ਜਦੋਂ ਉਹ ਬੱਚੀਆਂ ਪੜ੍ਹਨ ਲੱਗੀਆਂ। 20 ਸਾਲ ਟੱਪੇ, 25 ਕਹਿ ਲਓ, ਫਿਰ ਸਮਾਂ ਉਹ ਆ ਗਿਆ ਜਿਹੜਾ ਮਾਂ ਪਿਓ ਕੁੜੀ ਨੂੰ ਪੜ੍ਹਨ ਨਹੀਂ ਲਾਉਂਦਾ, ਅਤੇ ਉਹਨੂੰ ਫਿਰ ਇਹ ਲੋਕ ਗਿਰਿਆ ਵਾ ਕਹਿਣ ਲੱਗ ਗਏ, ਉਹ ਤੂੰ ਭਾਈ ਭੇਜ ਕੁੜੀ ਨੂੰ। ਫਿਰ ਕੀ ਹੋ ਗਿਆ ਜੇ ਪਿੰਡ 'ਚ ਸਕੂਲ ਹੈ ਨਹੀਂ, ਸ਼ਹਿਰ ਭੇਜ। ਕਿਉਂਕਿ ਸਮਾਂ ਬਦਲ ਗਿਆ, ਸਤਿਕਾਰ ਮਿਲਣ ਲੱਗ ਗਿਆ ਪੜ੍ਹਾਈ ਨੂੰ, ਪਿਆਰ ਮਿਲਣ ਲੱਗ ਗਿਆ। ਫਿਰ ਪਹਿਲਾਂ ਸਮਾਂ ਸੀ ਜੇ ਕਿਸੇ ਦਾ ਬੱਚਾ ਜਾਂ ਬੱਚੀ ਗਾਉਣ ਲੱਗ ਜਾਂਦਾ ਤੇ ਲੋਕ ਤਾਨੇ ਦੇ ਮਾਰ ਦਿੰਦੇ। ਫਿਰ ਸਮਾਂ ਬਦਲਿਆ, ਜੇ ਕਿਸੇ ਦਾ ਬੱਚਾ ਗਾਉਣ ਲੱਗ ਜੇ, ਹਿੱਟ ਹੋ ਜੇ, ਕੋਈ ਫਿਲਮਾਂ 'ਚ ਆ ਜੇ ਬੱਚਾ, ਹੋਰ ਆ ਜੇ, ਰਿਸ਼ਤੇਦਾਰੀਆਂ ਦੇ ਗਾਹਾਂ ਦੇ ਰਿਸ਼ਤੇਦਾਰ ਵੀ ਉਹਨਾਂ ਨਾਲ ਰਿਸ਼ਤੇਦਾਰੀਆਂ ਕੱਢ ਕੇ ਪਹੁੰਚਦੇ ਆ, ਫੋਟੋਆਂ ਕਰਾਉਂਦੇ ਆ, ਸਨਮਾਨ ਮਿਲਣ ਲੱਗ ਗਿਆ। ਚਾਹੀਦਾ ਵੀ ਆ,
ਕਲਾ ਦਾ ਸਨਮਾਨ ਹੋਣਾ ਵੀ ਚਾਹੀਦਾ। ਕਹਿਣ ਦਾ ਮਤਲਬ ਆ ਕਿ ਇੱਥੇ ਦੁਨੀਆ ਦਾ ਆਪਣਾ ਕੋਈ ਸਟੈਂਡ ਨਹੀਂ, ਕੋਈ ਹਿਸਾਬ ਕਿਤਾਬ ਨਹੀਂ। ਇਹ ਇੱਕ ਬਿਉਰਾ ਜਿਹਾ ਬਣਾ ਲੈਂਦੇ ਆ, ਬਸ ਐਵੇਂ ਹੀ ਕਿਸੇ ਨੂੰ ਚੰਗਾ ਕਹਿਣ ਲੱਗੇ ਤਾਂ ਚੰਗਾ, ਮਾੜਾ ਕਹਿਣ ਲੱਗੇ ਤਾਂ ਮਾੜਾ। ਇਹਨਾਂ ਦੀਆਂ ਦੋਨਾਂ ਗੱਲਾਂ 'ਚ ਹੀ ਕੋਈ ਦਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਮੂੰਹ ਕਾ ਕਿਹਾ ਬਾਹੂ ਹੈ। ਤੁਸੀਂ ਆਪਣੀ ਇੱਕ ਲਾਈਨ ਕੱਢ ਕੇ ਰੱਖੋਗੇ, ਤੁਸੀਂ ਆਏ ਆਤਮ ਰਸ ਲੈਣ ਹੋ, ਤੁਸੀਂ ਕਿਸੇ ਨਿਯਮ ਅਧੀਨ ਸੁੱਤੇ ਹੋਏ ਹੋ, ਤੁਸੀਂ ਜਾਗਣਾ ਹੈ। ਜਾਗੇ ਹੋਇਆਂ ਨੂੰ ਭਾਲਣਾ, ਜਾਗੇ ਹੋਇਆਂ ਦੀ ਸੰਗਤ ਕਰਨੀ ਹੈ, ਜਾਗੇ ਹੋਇਆਂ ਦੇ ਨਾਲ ਰਹਿ ਕੇ ਲਾਗ ਲੱਗਦੀ ਹੈ ਆਪਣੇ ਆਪ ਨੂੰ ਜਾਣਨਾ ਪਹਿਚਾਨਣਾ ਹੈ। ਇਹ ਆਪਣਾ ਫਰਜ਼ ਆ। ਉਹ ਜਿੱਥੇ ਵੀ ਟੱਕਰ ਜਾ ਉੱਥੋਂ ਤੱਕ ਪਹੁੰਚ ਕਰੋ। ਸਤਿਗੁਰੂ ਕਹਿੰਦੇ ਭਾਈ ਆਪੇ ਕਰ ਵੇਖੈ ਮਾਰਗ ਲਾਏ, ਭਾਈ ਤਿਸ ਬਿਨਾ ਵਰਨਾ ਕੋਈ। ਕਰਦਾ ਉਹੀ ਹੈ ਸਾਰਾ ਕੁਛ। ਉਹ ਚੰਗਾ ਵੀ ਆਪ ਹੀ ਆ, ਮਾੜਾ ਵੀ ਆਪ ਹੀ ਆ, ਉਹ ਉਪਦੇਸ਼ ਵੀ ਆਪ ਹੀ ਕਰਦਾ ਤੇ ਸੁਣਦਾ ਵੀ ਆਪ ਹੀ ਹੈ, ਮੰਨਦਾ ਵੀ ਆਪ ਹੀ ਹੈ ਤੇ ਮੰਨਦਾ ਨਹੀਂ ਵੀ ਆਪ। ਜੋ ਵੀ ਕਰਦਾ ਉਹ ਆਪ ਹੀ ਕਰਦਾ। ਪਸਾਰਾ ਹੀ ਜਦੋਂ ਇਹ ਗੱਲ ਚੰਗੀ ਤਰ੍ਹਾਂ ਸਮਝ ਪੈ ਜਾਂਦੀ ਹੈ ਨਾ, ਜਿਹੜੀਆਂ ਚਿੰਤਾਵਾਂ ਹੁੰਦੀਆਂ, ਸੰਸੇ ਹੁੰਦੇ ਆ, ਫਿਰ ਵੀ ਆ ਇਹਦਾ ਕੀ ਬਣੂ, ਆਹ ਕੀ ਬਣੂ। ਕੁਛ ਲੋਕ ਸਾਰੀ ਰਾਤ ਨਹੀਂ ਸੌਂਦੇ ਵੀ ਆਹ ਮੇਰੇ ਬਿਨਾਂ ਕੌਮ ਦਾ ਕੀ ਬਣੂ ਜਾਂ ਪੰਥ ਦਾ ਕੀ ਬਣੂ। ਪੰਥ ਦੇ ਬਾਲੀ ਬਹੁਤ ਸਮਰੱਥ ਆ, ਉਹਨਾਂ ਨੇ ਤਾਂ ਪੰਥ ਦਾ ਬਣਾ ਤਾ। ਅੱਜ ਪੂਰਾ ਵਰਲਡ ਪੰਥ ਕੰਨੂ ਹੀ ਵੇਖ ਰਿਹਾ। ਇਹ ਤਾਂ 5-4% ਬੰਦੇ ਹੁੰਦੇ ਆ ਜਿਨ੍ਹਾਂ ਨੇ ਪੰਥ ਦੇ ਨਾਂ 'ਤੇ ਵਿਚਾਰਿਆਂ ਨੇ ਕੁਛ ਆਪਦਾ ਕਰਨਾ ਹੁੰਦਾ, ਉਹਨਾਂ ਦੀ ਉਹ ਡਿਊਟੀ ਹੁੰਦੀ ਹੈ, ਉਹ ਰੌਲਾ ਉਹ ਪੈਂਦਾ। ਪੰਥ ਤਾਂ ਚੜ੍ਹਦੀ ਕਲਾ 'ਚ ਆ। ਬਹੁਤ ਕਿਰਪਾ ਸਤਿਗੁਰਾਂ ਦੀਆਂ, ਜਿੱਥੇ ਜਿੱਥੇ ਬੈਠੇ ਝੰਡੇ ਗੱਡੀ ਬੈਠੇ ਆ, ਕਿਰਪਾ ਸਤਿਗੁਰਾਂ ਦੀ। ਤਾਂ ਸਤਿਗੁਰੂ ਕੀ ਕਹਿੰਦੇ ਆ, ਭਾਈ ਤੁਸੀਂ ਇਹ ਗੱਲ ਨੂੰ ਜਾਣੋ, ਉਲਝ ਨਾ ਜਾਇਓ। ਜੋ ਧੁਰ ਲਿਖਿਆ ਸੋ ਕੋਈ ਨਾ ਮੇਟਾ, ਭਾਈ ਕਰਤਾ ਕਰੇ ਸੋ ਹੋਈ। ਜੋ ਧੁਰ ਤੋਂ ਲਿਖਿਆ ਹੋਇਆ ਉਹਨੂੰ ਕੋਈ ਦੁਨੀਆ ਦੀ ਤਾਕਤ ਮੇਟ ਨਹੀਂ ਸਕਦੀ। ਕਰਤਾ ਜੋ ਕਰਦਾ ਉਹੀ ਹੋਣਾ ਹੈ। ਇਹ ਤੋਂ ਕੀ ਸਮਝ ਲੈਣੀ ਆ ਅਸੀਂ ਕਿ ਇਹ ਉਹਦੀ ਰਜਾ 'ਚ ਹੋ ਰਿਹਾ ਸਾਰਾ ਸਿਸਟਮ ਹੈ। ਤੁਸੀਂ ਦੇਖਿਆ ਜਿੱਦੇ ਉਹ ਕਿਸੇ ਗੱਲ ਨੂੰ ਬਦਲਣ ਤੇ ਆਉਂਦਾ, ਕਿਸੇ ਇੱਕ ਗੱਲ ਤੋਂ ਚਿੰਗਾੜੀ ਠਾ ਕੇ ਬਦਲ ਦਿੰਦਾ। ਇਹ ਉਹਦੀਆਂ ਮਰਜ਼ੀਆਂ। ਅਸੀਂ ਸੰਨ 'ਚ ਬਹੁਤਾ ਨਾ ਆਈਏ। ਅਸੀਂ ਜਿੰਨਾ ਜ਼ੋਰ ਲਾਈਏ ਆਪਣੇ ਆਪੇ ਨੂੰ ਜਗਾਉਣ 'ਤੇ ਲਾਈਏ, ਉਹ ਸ਼ਬਦ ਨੂੰ ਜਾਣਨ 'ਤੇ ਲਾਈਏ, ਇੰਨਾ ਕੁ ਸਾਨੂੰ ਹੁਕਮ ਹੈ। ਇਹ ਵੀ ਹੁਕਮ ਹੈ। ਹੁਣ ਵਿੱਚ ਫਿਰ ਕੁਛ ਲੋਕ ਕਹਿਣਗੇ ਫਿਰ ਜਦੋਂ ਜਗਾਊਗਾ ਜਾਗ ਪਾਂਗੇ। ਐਂ ਵੀ ਚੱਲ ਕੋਈ ਨਹੀਂ, ਭਰੋ ਦੁੱਖ ਫਿਰ ਜਿੰਨੇ ਕੁ ਭਰਨੇ ਆ। ਜੇ ਜਾਣ ਕੇ ਹੀ ਸੁੱਤੇ ਰਹਿਣਾ ਹੈ, ਇਹ ਵੀ ਉਹਦੀ ਰਜਾ ਹੋ ਸਕਦੀ ਹੈ ਭਾਈ, ਫਿਰ ਐਂ ਦੇਖ ਲਓ। ਪਰ ਜੋ ਹੁਕਮ ਹੋਇਆ ਸਾਨੂੰ ਤਾਂ ਕਿ ਤੁਸੀਂ ਇਹ ਗੱਲ ਨੂੰ ਬਾਰ-ਬਾਰ ਕਰੋ। ਕਿਸੇ ਦੇ ਤਾਂ ਕੰਨ 'ਚ ਪਊ, ਜਿਹਦੇ ਪੈਂਦੀ ਆ ਉਹ ਆਪਦੇ ਅੰਦਰ ਉਤਰੇ ਤੇ ਇਹਨੂੰ ਅੰਦਰੋਂ ਹੀ ਮਿਲਣਾ, ਬਾਹਰ ਦੇਣਾ ਕਿਸੇ ਨੇ ਕੁਛ ਨਹੀਂ। ਜੇ ਕੋਈ ਸਾਨੂੰ ਕਿ ਤੁਹਾਡੇ ਕੋਲੇ ਕੀ ਹੈ, ਕੁਛ ਨਹੀਂ, ਕੁਛ ਵੀ ਨਹੀਂ ਹੈ। ਬਸ ਉਹਦੇ ਦਿੱਤੇ ਸੂਤਰ ਤੇ ਸਮਝ ਹੈ। ਉਹ ਬੈਸੀ ਤੁਸੀਂ ਮੰਨ ਸਕਦੇ ਹੋ ਜਿੱਥੇ ਵੀ ਬੈਠੇ ਹੋ। ਨਾਨਕ ਨਾਮ ਵਸਿਆ ਮਨ ਅੰਤਰ, ਭਾਈ ਅਵਰ ਨਾ ਦੂਜਾ ਕੋਈ। ਜਦੋਂ ਉਹਦਾ ਨਾਮ ਵਸ ਜਾਂਦਾ ਨਾ, ਵਸਿਆ ਤਾਂ ਹੈਗਾ ਹੀ ਆ, ਅਸਲ 'ਚ ਵਸਿਆ ਤਾਂ ਹੈਗਾ ਹੀ ਆ। ਅਸੀਂ ਉਹੀ ਆ, ਸਭ ਕੁਛ ਇੱਕੋ ਜਿਹੀ ਆ। ਨਾਨਕ ਨਾਮ ਵਸਿਆ ਮਨ ਅੰਤਰ, ਭਾਈ ਅਵਰ ਨਾ ਦੂਜਾ ਕੋਈ। ਪਰ ਇਹ ਸਮਝ ਆ ਜਾਂਦੀ ਹੈ ਕਿ ਉਹ ਤੋਂ ਬਿਨਾਂ ਦੂਜਾ ਹੈ ਕੋਈ ਨਹੀਂ, ਦੂਜਾ ਭਾਵ ਹੀ ਨਹੀਂ ਉੱਠ ਸਕਦਾ, ਹੈ ਹੀ ਨਹੀਂ। ਅਸੀਂ ਦੂਜਾ ਪੈਦਾ ਕਰਦੇ ਹਾਂ ਆਪਣੇ ਵੱਲੋਂ ਹੀ, ਜਿਹਦਾ ਕਰਕੇ ਸਾਡਾ ਸਾਰਾ ਚੱਕਰ ਉਲਝਦਾ ਪੈਂਦਾ। ਸਤਿਗੁਰੂ ਰਹਿਮਤ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪਾਂ ਨੂੰ ਸਾਰਿਆਂ ਨੂੰ। ਗੁਰਮੁਖੋ ਵਾਰੀ ਕਈ ਵਾਰੀ ਉਹ ਸ਼ਬਦ 'ਚ ਗੱਲ ਨਹੀਂ ਵੀ ਆਉਂਦੀ, ਤਾਂ ਵੀ ਅਸੀਂ ਤਾਂ ਕਹਿੰਦੇ ਆ ਬੈਠੋ, 1 ਮਿੰਟ ਤੋਂ ਸ਼ੁਰੂ ਕਰ ਲਓ। ਕੋਸ਼ਿਸ਼ ਕਰੋ ਲੰਬਾ ਸਾਹ ਲੈਣ ਦੀ ਜਦੋਂ ਵੀ ਲੈਂਦੇ ਹੋ, ਤਾਂ ਕਿ ਤੁਹਾਡੀ ਤਿਆਰੀ ਉਹ ਹੋ ਜੇ। ਜਿਵੇਂ ਇਹ ਬੈਠਣਾ, ਲੰਬਾ ਸਾਹ ਲੈਣਾ, ਮਹਿਸੂਸ ਕਰਨਾ, ਇਸ ਤਰ੍ਹਾਂ ਹੀ ਆ ਜਿਵੇਂ ਅਸੀਂ ਕਿਸੇ ਵਧੀਆ ਜਗ੍ਹਾ 'ਤੇ ਕੂਲਰ ਛੱਡ ਕੇ, ਪੱਖਾ ਲਾ ਕੇ, ਜਾਂ ਅਸੀਂ ਛੱਡ ਕੇ ਬਿਸਤਰਾ ਵਸਾਉਣੇ ਆ, ਸਿਰਹਾਣਾ ਲਾਉਣੇ ਆ। ਹੁਣ ਸਿਰਹਾਣਾ ਤਾਂ ਨੀਂਦ ਨਹੀਂ ਹੈ, ਨਾ ਬਿਸਤਰਾ ਨੀਂਦ ਹੈ। ਉਹ ਟੂਲ ਹੈ ਸੌਣ ਦੇ, ਇੱਕ ਤਿਆਰੀ ਹੈ। ਉਹ ਜਿਹੜੀ ਨੀਂਦ ਆਉਣੀ ਉਹ ਤਾਂ ਪਤਾ ਨਹੀਂ ਆ ਜੇ ਤਾਂ ਉਹ ਭੁੰਜੀ ਆ ਜੇ ਤਾਂ ਉਹ ਪੱਥਰਾਂ 'ਚ ਪਿਆ ਨੂੰ ਆ ਜੇ। ਨੀਂਦ ਤਾਂ ਬਿਸਤਰਾ ਵੇਖਦੀ ਨਹੀਂ, ਇਹ ਵੀ ਸੱਚ ਹੈ। ਪਰ ਅਸੀਂ ਤਿਆਰੀ ਕਰਦੇ ਹਾਂ। ਇਹ ਤਾਂ ਉੱਧਰ ਜਾਣ ਦੀਆਂ ਤਿਆਰੀਆਂ। ਉਹ ਜਿਹੜੀ ਘਟਨਾ ਘਟਣੀ ਆ ਨਾ, ਉਹ ਤਾਂ ਆਪਣੇ ਆਪ ਘਟਣੀਆਂ, ਉਹ ਤਾਂ ਗੁਰ ਪ੍ਰਸ਼ਾਦ ਹੈ। ਉਹ ਇਹਨਾਂ ਚੀਜ਼ਾਂ ਕਾਰਨ ਨਹੀਂ ਘਟਦੀ ਉਹ ਆਪੇ ਹੈ। ਪਰ ਜੇ ਸਾਡੀ ਕੋਈ ਮਾੜੀ ਜਿਹੀ ਤਿਆਰੀ ਹੋਵੇ, ਸਾਡੇ ਅੰਦਰ ਉਹਦੀ ਸਮਝ ਹੋਵੇ, ਤਾਂ ਅਸੀਂ ਉਹਨੂੰ ਬੁੱਚਣ 'ਚ, ਪਕੜਨ 'ਚ ਕਾਮਯਾਬ ਹੋ ਜਾਂਦੇ ਹਾਂ। ਕਈ ਵਾਰੀ ਹੀਰੇ ਮੋਤੀ ਵੀ ਮਿੱਟੀ 'ਚ ਰੁਲ ਜਾਂਦੇ ਆ, ਸਾਨੂੰ ਸਮਝ ਨਹੀਂ ਹੁੰਦੀ। ਬੜੇ ਲੋਕਾਂ ਨੇ ਇੰਨੀਆਂ ਸ਼ੁਭ ਘਟਾਵਾਂ ਘਟਦੀਆਂ, ਕੋਈ ਕੰਨਾਂ ਤੋਂ ਉਹਨਾਂ ਨੂੰ ਨਾਦ ਸੁਣਨ ਲੱਗ ਗਿਆ, ਪਰ ਕਿਸੇ ਨੇ ਵਹਿਮ ਪਾਤਾ ਇਹ ਤਾਂ ਕੰਨਾਂ ਦਾ ਰੋਗ ਹੈ, ਉਹ ਇਲਾਜ ਕਰਾਉਂਦੇ ਫਿਰਦੇ ਆ।
ਹੁਣ ਉੱਥੇ ਜਾਣਕਾਰੀ ਦੀ ਲੋੜ ਸੀ ਕਿ ਨਹੀਂ ਭਾਈ ਇਹ ਰੋਗ ਨਹੀਂ, ਇਹ ਤਾਂ ਉਹਨੇ ਦਸਤਕ ਦਿੱਤੀ ਆ ਕੇ ਉਹਦਾ ਆਨੰਦ ਮਾਣ। ਇਹਨੂੰ ਸੁਣਨਾ ਤਾਂ ਦੁੱਖਾਂ ਪਾਪਾਂ ਦਾ ਨਾਸ ਹੋਣਾ। ਹੋ ਆਪਣੇ ਨੇੜੇ, ਜਾਣ ਆਪਣੇ ਆਪੇ ਨੂੰ। ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ। ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਵੇਂ ਮਾਈ ਦੇਸਾਂ ਤੇ ਕਿਰਪਾ ਕੀਤੀ ਹੈ, ਸਾਡੇ ਸਿਰ ਤੇ ਵੀ ਹੱਥ ਰੱਖਣ। ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਹਾਂ ਅਸੀਂ ਵੀ ਸਤਿਗੁਰੂ ਅੱਗੇ ਅਰਦਾਸ ਕਰੀ ਦੀ ਰੋਜ਼ਾਨਾ। ਹਾਲੇ ਉਹ ਟਾਈਮ ਨਹੀਂ ਆਇਆ, ਹਾਲੇ ਪ੍ਰਚਾਰ ਦਾ ਟਾਈਮ ਹੈ ਕਿ ਇੱਥੇ ਇੱਕ ਸੈਂਟਰ ਬਣੇ ਇਹੋ ਜਿਹਾ ਜਿੱਥੇ ਜ਼ਿੰਦਗੀ 'ਚ ਕੋਈ ਵੀ ਬੰਦਾ ਮਹੀਨਾ 2 ਮਹੀਨੇ ਵੱਧ ਜਾਂ ਘੱਟ ਆ ਕੇ ਛੁੱਟੀਆਂ 'ਚ ਟਾਈਮ ਕੱਢ ਕੇ ਉਹ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰੇ, ਆਪਣੇ ਆਪ ਨੂੰ ਇੱਕ ਸਕੂਲ ਵਾਂਗੂ ਉੱਥੇ ਤਿਆਰ ਕਰ ਸਕੇ, ਉਹ ਚੀਜ਼ਾਂ ਨੂੰ ਜਾਣ ਕੇ ਜਾਵੇ, ਫਿਰ ਜਿੱਥੇ ਵੀ ਹੈਗਾ ਅਪਲਾਈ ਕਰ ਲੇ। ਆਊਗਾ ਟਾਈਮ, ਜੋ ਮਾਤਾ ਜੀ ਵਿਖਾਉਂਦੇ ਨੇ ਇਹਨੇ ਬਣਨਾ ਸਾਰੇ ਕੁਛ ਨੇ। ਪਰ ਅੱਜ ਦੀ ਘੜੀ ਤਾਂ ਤੁਹਾਡੇ ਨਾਲ ਸਾਂਝ ਪਾਉਣੇ ਆ। ਮਹਾਰਾਜ ਕਿਰਪਾ ਕਰਨ। ਆਪਣਾ YouTube ਦਾ ਜੋ ਪਰਿਵਾਰ ਅੱਜ 555 ਪ੍ਰਾਣੀ ਆਪਾਂ ਜੁੜ ਚੁੱਕੇ ਆ, ਅਤੇ ਉਹਨਾਂ 'ਚੋਂ ਕੁਛ ਜਿੰਨੇ ਕੁ ਗੁਰਮੁਖਾਂ ਕੋਲ ਟਾਈਮ ਹੁੰਦਾ ਹੋਏ ਕਥਾ ਵਾਰਤਾ ਸੁਣਦੇ ਆ। ਜਿਹੜੇ ਵੀ ਸੁਣਦੇ ਹੋ ਆਪਣੇ ਭੈਣ ਭਾਈਆਂ ਨੂੰ, ਆਪਣੇ ਸੰਗੀਆਂ ਸਾਥੀਆਂ ਨੂੰ ਜ਼ਰੂਰ ਪਹੁੰਚਾਇਆ ਕਰੋ। ਇਹ ਵੀ ਇੱਕ ਸੇਵਾ, ਆਪਣਾ ਫਰਜ਼ ਹੈ, ਗਾਹਾਂ ਅਗਲਿਆਂ ਦੀ ਮਰਜ਼ੀ ਹੈ। ਅਤੇ ਤਾਂ ਕਿ ਅਸੀਂ ਦਿਨੋਂ ਦਿਨ ਅੱਗੇ ਵਧੀਏ ਅਤੇ ਬ੍ਰਹਮੰਡ ਦੇ ਵਿੱਚ ਕਿਤੇ ਵੀ ਖੜ੍ਹ ਕੇ ਕੀਤੀ ਹੋਈ ਅਰਦਾਸ ਚੰਗੀ ਭੇਜੀਆਂ ਹੋਈਆਂ ਵਿੱਚ ਕੰਮ ਕਰਦੀਆਂ। ਤਾਂ ਹੀ ਗੁਰੂ ਨਾਨਕ ਨੇ ਸਾਨੂੰ ਦਾਤ ਦਿੱਤੀ ਸੀ ਕਿ ਜਿੱਥੇ ਵੀ ਬੈਠੇ ਹੋ ਵਾਰੀ ਕਿਹਾ ਕਰੋ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬਹੁਤ ਮਾਇਨੇ ਰੱਖਦੀ ਹੈ ਗੱਲ, ਬਹੁਤ ਮਾਇਨੇ ਰੱਖਦੀ ਹੈ। ਬਸ ਇਹ ਸੂਤਰ ਨੂੰ ਪਕੜੀ ਰੱਖੋ, ਸਭ ਦੇ ਭਲੇ 'ਚ ਹੀ ਆਪਣਾ ਭਲਾ। ਸਤਿਗੁਰੂ ਰਹਿਮਤ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇੰਨੀ ਕੁ ਸੇਵਾ ਪ੍ਰਵਾਨ ਕਰਿਓ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।